ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਹਿ ਤਬ ਬਿਸਮ ਹੋਏ ਜਾਏ। हम जैसे अपराधी अवर कोई राखै, जैसे हम सतगुर राख लिए छड़ाए। तू गुर पिता तू है गुर माता, तू गुर बंधप मेरा सखा सखा। जो हमरी विध होती मेरे सतगुरा, सा विध तुम हर जान हो आपे। हम रुलते फिरते कोई बात न पूछता, गुर सतगुर संग कीरे हम थापे। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਤੀਜਾ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨ ਜੋ ਹੈ ਦੁਖ ਨ ਸੰਤਾਪੇ। ਗੁਰਮੁਖ ਮਿਲੈ ਮਿਲਾਏ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਰੀ ਹੋਈ, ਉਚਾਰਨ ਕੀਤੀ ਹੋਈ ਸ਼੍ਰੀ ਮੁਖ ਵਾਕ ਅਕਾਲੀ ਬਾਣੀ, ਧੁਰਕੀ ਬਾਣੀ ਦੀ ਲੜੀਵਾਰ ਵਿਚਾਰ ਗੁਰੂ ਕਿਰਪਾ ਸਦਕਾ ਕਰੀਏ ਅਤੇ ਸੁਣੀਏ। ਮਾਝ ਰਾਗ ਵਿੱਚ ਜੋ ਅਸ਼ਟਪਦੀਆਂ ਹਨ, ਸਤਿਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ। ਪਹਿਲੇ ਪਾਤਸ਼ਾਹ ਜੀ ਦੀ ਇੱਕ ਅਸ਼ਟਪਦੀ ਹੈ ਔਰ 24 ਅਸ਼ਟਪਦੀਆਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਹੋ ਚੁੱਕੀਆਂ ਹਨ। ਕੁੱਲ 25 ਅਸ਼ਟਪਦੀਆਂ ਦੀ ਵਿਚਾਰ ਹੋ ਚੁੱਕੀ ਹੈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੋ ਬਚਨ ਫਰਮਾਉਂਦੇ ਹਨ, ਗੁਰੂ ਕਿਰਪਾ ਸਦਕਾ ਆਓ ਵਿਚਾਰੀਏ ਅਤੇ ਸੁਣੀਏ। ਮਾਝ ਮਹੱਲਾ ਤੀਜਾ। ਮਾਝ ਰਾਗ ਅੰਦਰ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਦੇ ਮੁਬਾਰਕ ਬਚਨ। ਗੁਰਮੁਖ ਮਿਲੈ ਮਿਲਾਏ ਆਪੇ। ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ ਹੈ, ਗੁਰੂ ਮੁਖ ਤੋਂ ਉਪਦੇਸ਼ ਸਰਵਣ ਕਰਕੇ ਉਸ ਨੂੰ ਕਮਾਉਂਦਾ ਹੈ, ਜੋ ਗੁਰੂ ਮਹਾਰਾਜ ਦੇ ਸਮਰਪਣ ਹੋ ਜਾਂਦਾ ਹੈ, ਉਹ ਮਿਲਦਾ ਹੈ ਵਾਹਿਗੁਰੂ ਪਰਮਾਤਮਾ ਨੂੰ। ਪਰ ਮਿਲਾਏ ਆਪੇ, ਗੁਰੂ ਦੇ ਨਾਲ ਮਿਲਾਉਣ ਵਾਲਾ ਅਕਾਲ ਪੁਰਖ ਆਪ ਹੈ। ਗੁਰਮੁਖ ਹੀ ਪਰਮਾਤਮਾ ਨੂੰ ਮਿਲਦਾ ਹੈ, ਕਿਉਂਕਿ ਉਸ ਨੂੰ ਪਰਮਾਤਮਾ ਖੁਦ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ। ਅਤੇ ਜਿਸ ਨੂੰ ਵਾਹਿਗੁਰੂ ਪਰਮਾਤਮਾ ਗੁਰਮੁਖ ਬਣਾ ਕੇ ਗੁਰਾਂ ਦੇ ਚਰਨੀ ਲਾ ਕੇ ਆਪਣੇ ਨਾਲ ਮਿਲਾ ਲੈਂਦਾ, ਫਿਰ ਕਾਲ ਨਾ ਜੋ ਹੈ, ਕਾਲ ਜਿਹੜੀ ਮੌਤ ਹੈ, ਜਾਂ ਇੰਝ ਕਹਿ ਲਓ ਮੌਤ ਦਾ ਡਰ, ਮੌਤ ਦਾ ਪ੍ਰਭਾਵ, ਮੌਤ ਦਾ ਸਹਿਮ, ਆਤਮਿਕ ਮੌਤ ਉਸ ਨੂੰ ਵੇਖ ਵੀ ਨਹੀਂ ਸਕਦੀ। ਮੌਤ ਉਹਨੂੰ ਤਾੜ ਨਹੀਂ ਸਕਦੀ, ਉਹਦੇ ਵੱਲ ਤੱਕ ਨਹੀਂ ਸਕਦੀ। ਅਤੇ ਦੁੱਖ ਨਾ ਸੰਤਾਪੇ। ਸਰੀਰਕ ਤੌਰ 'ਤੇ, ਸੰਸਾਰਕ ਤੌਰ 'ਤੇ ਜਿਹੜੇ ਦੁੱਖ ਨੇ, ਉਹ ਕੋਈ ਵੀ ਦੁੱਖ ਉਸ ਨੂੰ ਮਾਨਸਿਕ ਤੌਰ 'ਤੇ ਹਿਲਾ ਨਹੀਂ ਸਕਦਾ। ਕੋਈ ਦੁੱਖ ਉਸ ਨੂੰ ਸਤਾ ਨਹੀਂ ਸਕਦਾ, ਸੋ ਭਾਵ ਦੁਖੀ ਨਹੀਂ ਕਰ ਸਕਦਾ। ਕੋਈ ਦੁੱਖ ਉਹਨੂੰ ਕਲੇਸ਼ ਨਹੀਂ ਦੇ ਸਕਦਾ, ਕੋਈ ਦੁੱਖ ਉਸ ਨੂੰ ਪੋਹ ਨਹੀਂ ਸਕਦਾ। ਤਾਂ ਹੀ ਭਗਤ ਕਬੀਰ ਜੀ ਵਰਗੇ, ਨਾਮਦੇਵ ਜੀ ਵਰਗੇ, ਜਾਂ ਗੁਰੂ ਮਹਾਰਾਜ ਦੇ ਸਾਜੇ ਨਿਵਾਜੇ ਸਿੱਖ ਸ਼ਹੀਦ, ਜਿਨ੍ਹਾਂ ਦੇ ਉੱਪਰ ਸਰੀਰਕ ਦੁੱਖ ਦਾ ਕੋਈ ਪ੍ਰਭਾਵ ਨਹੀਂ ਪਿਆ, ਸ਼ਹਾਦਤਾਂ ਵੀ ਦਿੱਤੀਆਂ, ਬੰਦ ਕਟਾਏ, ਚਰਖੜੀਆਂ ਦੇ ਵਿਚੜੇ, ਖੋਪਰੇ ਵੀ ਲੁਹਾਏ, ਬਾਹਰੀ ਦੁੱਖ ਉਹਨਾਂ ਨੂੰ ਸੰਤਾਪ ਨਹੀਂ ਦੇ ਸਕਿਆ। ਦੁੱਖ ਸਤਾਉਂਦਾ ਨਹੀਂ ਹੈ, ਦੁੱਖ ਕਲੇਸ਼ ਨਹੀਂ ਦਿੰਦਾ, ਦੁੱਖ ਉਹਨਾਂ ਦੇ ਹਿਰਦੇ ਨੂੰ ਤਪਾਉਂਦਾ ਨਹੀਂ ਹੈ। ਹਉਮੈ ਮਾਰ ਬੰਧਨ ਸਭ ਤੋੜੈ। ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦਾ, ਹੰਗਤਾ ਮਮਤਾ ਨੂੰ ਮਾਰ ਕੇ ਆਪਣੇ ਸਾਰੇ ਬੰਧਨ ਤੋੜ ਲੈਂਦਾ। ਵਿਕਾਰਾਂ ਦੇ ਬੰਧਨ ਟੁੱਟ ਜਾਂਦੇ ਹਨ ਪਹਿਲਾਂ, ਫਿਰ ਜੰਮਣ ਮਰਨ ਦੇ ਬੰਧਨ ਟੁੱਟ ਜਾਂਦੇ ਨੇ। ਸੰਸਾਰ ਵਿੱਚ ਅਨੇਕਾਂ ਬੰਧਨ ਹਨ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਅਰ ਨਾਰ, ਬੰਧਨ ਕਰਮ
ਧਰਮ ਹੋਂ ਜੁਗਤਾ। ਸੋ ਇਸ ਪ੍ਰਕਾਰ ਦੇ ਅਨੇਕਾਂ ਬੰਧਨ ਹਨ ਸੰਸਾਰ ਵਿੱਚ ਰਹਿੰਦਿਆਂ, ਅਤੇ ਜੰਮਣ ਮਰਨ ਦੇ ਬੰਧਨ ਵੀ ਨੇ, ਜਮਾਂ ਦੇ ਬੰਧਨ ਹਨ, ਇਹ ਸਾਰੇ ਉਹ ਤੋੜ ਲੈਂਦਾ ਹੈ। ਗੁਰਮੁਖ ਸ਼ਬਦ ਸੁਹਾਵਣਿਆ। ਗੁਰਮੁਖ ਉਸ ਨੂੰ ਹੀ ਮੰਨਿਆ ਜਾਏਗਾ ਜੋ ਗੁਰੂ ਦੇ ਸ਼ਬਦ ਰਾਹੀਂ ਸੁਹਾਵਣਿਆ ਸ਼ੋਭਨੀਕ ਬਣ ਗਿਆ, ਮਤਲਬ ਸੋਹਣੇ ਜੀਵਨ ਵਾਲਾ ਬਣ ਗਿਆ। ਗੁਰੂ ਦੇ ਸ਼ਬਦ ਰਾਹੀਂ ਜਿਸ ਦਾ ਜੀਵਨ ਬੜਾ ਆਤਮਿਕ ਤੌਰ 'ਤੇ ਸੋਹਣਾ ਬਣ ਚੁੱਕਾ ਹੈ। ਹਉ ਵਾਰੀ ਜੀਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਹਜ਼ੂਰ ਕਹਿੰਦੇ ਨੇ, ਮੈਂ ਆਪਣੀ ਹਉ ਨੂੰ, ਆਪਣੀ ਹਉਮੈ ਨੂੰ, ਆਪਣੀ ਆਪਣਤ ਨੂੰ ਉਸ ਤੋਂ ਵਾਰ ਦਿਆਂ, ਆਪਣੀ ਜਿੰਦ ਵਾਰ ਦਿਆਂ, ਕੁਰਬਾਨ ਕਰਦਿਆਂ। ਕਿਹਨਾਂ ਤੋਂ ਜੀ? ਹਰ ਹਰ ਨਾਮ ਸੁਹਾਵਣਿਆ। ਜਿਹੜੇ ਵਾਹਿਗੁਰੂ ਦੇ ਨਾਮ ਦੁਆਰਾ ਸੁਹਾਵਣਿਆ ਸ਼ੋਭਨੀਕ ਬਣ ਗਏ ਹਨ, ਸੋਹਣੇ ਜੀਵਨ ਵਾਲੇ ਬਣ ਗਏ ਹਨ। ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਬਣ ਗਿਆ ਹੈ। ਗੁਰਮੁਖ ਗਾਵੈ ਗੁਰਮੁਖ ਨਾਚੈ। ਗੁਰਮੁਖ ਪਿਆਰਾ ਮਾਨਸਿਕ ਤੌਰ 'ਤੇ ਰਸਨਾ ਦੇ ਨਾਲ ਵੀ ਪ੍ਰਤੱਖ ਵੀ ਗਾਉਂਦਾ ਹੈ ਵਾਹਿਗੁਰੂ ਦੇ ਜਸ ਨੂੰ। ਗੁਰਮੁਖ ਨਾਚੈ, ਅਤੇ ਉਹ ਗੁਰਾਂ ਦੇ ਸਨਮੁਖ ਹੋਣ ਵਾਲਾ ਜੋ ਗੁਰਮੁਖ ਹੈ, ਮਾਨਸਿਕ ਤੌਰ 'ਤੇ ਨੱਚਦਾ, ਮਤਲਬ ਜੀਵਨ ਹੁਲਾਰੇ ਦੇ ਸਹਿਤ ਹੋ ਜਾਂਦਾ। ਭਾਵ ਖੁਸ਼ੀ ਵਿੱਚ, ਆਤਮਿਕ ਆਨੰਦ ਵਿੱਚ ਉਹ ਨੱਚਦਾ ਹੈ। ਬਾਹਰੀ ਤੌਰ 'ਤੇ ਨਹੀਂ ਪਈ ਉਹ ਭੰਗੜੇ ਪਾਉਣ ਲੱਗ ਜਾਂਦਾ ਜਿਵੇਂ ਲੋਕ ਤਾਲਾਂ ਦੇ ਨਾਲ ਨੱਚਦੇ ਨੇ ਜਾਂ ਨੱਚਦਾ ਨਹੀਂ। ਹਰ ਸੇਤੀ ਚਿੱਤ ਲਾਵਣਿਆ। ਉਹ ਹਰੀ ਪਰਮਾਤਮਾ ਦੇ ਨਾਲ ਹੀ ਆਪਣਾ ਚਿੱਤ ਲਾਈ ਰੱਖਦਾ। ਵਾਹਿਗੁਰੂ ਦੇ ਨਾਮ ਨਾਲ ਚਿੱਤ ਲੱਗਿਆ ਹੋਇਆਂ ਉਹ ਅੰਦਰ ਹੀ ਅੰਦਰ ਖੇੜੇ ਵਿੱਚ ਆਨੰਦ ਵਿੱਚ ਰਹਿੰਦਾ ਹੈ। ਰਹਾਓ। ਗੁਰਮੁਖ ਜੀਵੈ ਮਰੈ ਪ੍ਰਵਾਨ। ਜੋ ਗੁਰਮੁਖ ਹੈ, ਗੁਰਾਂ ਦੇ ਸਨਮੁਖ ਹੋ ਕੇ ਚੱਲਣ ਵਾਲਾ ਗੁਰੂ ਅਨੁਸਾਰੀ ਪੁਰਖ, ਉਹ ਆਤਮਿਕ ਤੌਰ 'ਤੇ ਜੀਵਨ ਜਿਉਂਦਾ ਹੈ ਅਤੇ ਮਰ ਜਾਂਦਾ ਹੈ ਜੀਵਤ ਭਾਵ ਵੱਲੋਂ। ਸੌਖੇ ਢੰਗ ਨਾਲ ਸਮਝੋ ਵੀ ਉਹਦਾ ਹੰਕਾਰ ਮਰ ਜਾਂਦਾ ਹੈ ਅਤੇ ਉਹ ਆਤਮਿਕ ਜ਼ਿੰਦਗੀ ਜਿਉਂਦਾ ਹੈ। ਇਸ ਕਰਕੇ ਉਹ ਪ੍ਰਵਾਨ ਕਬੂਲ ਪੈਂਦਾ ਹੈ। ਵਾਹਿਗੁਰੂ ਦੇ ਦਰ 'ਤੇ ਉਹ ਪ੍ਰਵਾਨ ਹੈ, ਜਾਂ ਉਸਦਾ ਇਸ ਦੁਨੀਆ 'ਤੇ ਆਉਣਾ ਪ੍ਰਵਾਨ ਹੈ। ਗੁਰਮੁਖ ਜੀਵੈ ਮਰੈ ਪ੍ਰਵਾਨ। ਦੂਜਾ ਅਰਥ ਇਹ ਹੈ ਵੀ ਜੋ ਗੁਰਮੁਖ ਸਰੀਰਕ ਤੌਰ 'ਤੇ ਜਿਉਂਦਾ, ਉਹਦਾ ਜਿਉਣਾ ਵੀ ਪ੍ਰਵਾਨ ਹੈ। ਸਰੀਰਕ ਤੌਰ 'ਤੇ ਉਹ ਮਰ ਜਾਂਦਾ, ਸਰੀਰ ਮਰ ਵੀ ਜਾਂਦਾ ਗੁਰਮੁਖ ਦਾ, ਤਾਂ ਵੀ ਉਹ ਪ੍ਰਵਾਨ ਹੀ ਹੈ। ਉਹਦਾ ਜਿਉਣਾ ਅਤੇ ਮਰਨਾ ਦੋਵੇਂ ਹੀ ਪ੍ਰਵਾਨ ਨੇ। ਆਰਜਾ ਨਾ ਛੀਜੈ ਸ਼ਬਦ ਪਛਾਣ। ਉਸਨੂੰ ਜਿਤਨੀ ਆਰਜਾ ਯਾਨੀ ਕਿ ਉਮਰ ਮਿਲੀ ਹੋਈ ਹੈ, ਉਹ ਉਮਰ ਉਸਦੀ ਛਿਜਦੀ ਨਹੀਂ। ਛਿਜਣਾ ਹੁੰਦਾ ਨਾਸ ਹੋਣਾ, ਮਤਲਬ ਵਿਅਰਥ ਨਹੀਂ ਜਾਂਦੀ। ਉਸਦੀ ਸਾਰੀ ਉਮਰ ਨਾਸ ਨਹੀਂ ਹੁੰਦੀ। ਮਨਮੁਖਾਂ ਦੀ ਸਾਰੀ ਜ਼ਿੰਦਗੀ ਨਾਸ ਬਰਬਾਦ ਹੋ ਜਾਂਦੀ ਹੈ, ਕਿਉਂਕਿ ਉਹ ਭਗਤੀ ਨਹੀਂ ਕਰਦੇ, ਨੇਕੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ ਹਨ। ਇਸ ਕਰਕੇ ਉਮਰ ਉਹਨਾਂ ਦੀ ਨਾਸ ਹੁੰਦੀ ਹੈ। ਜੋ ਗੁਰਮੁਖ ਹੈ ਉਸਦੀ ਆਰਜਾ ਉਮਰ ਜ਼ਿੰਦਗੀ ਛਿਜਦੀ ਨਹੀਂ, ਨਾਸ ਨਹੀਂ ਹੁੰਦੀ, ਸਫਲੀ ਹੁੰਦੀ ਹੈ। ਸ਼ਬਦ ਪਛਾਣ, ਕਿਉਂਕਿ ਸ਼ਬਦ ਬ੍ਰਹਮ ਪਰਮਾਤਮਾ ਨਾਲ ਉਹਦੀ ਪਛਾਣ ਪੈ ਗਈ। ਪਰਮਾਤਮਾ ਨੂੰ ਉਹਨੇ ਆਪਣਾ ਪਛਾਣੂ ਬਣਾ ਲਿਆ। ਵਾਹਿਗੁਰੂ ਨਾਲ ਉਹਦੀ ਡੂੰਘੀ ਸਾਂਝ ਪੈ ਗਈ ਹੈ। ਗੁਰੂ ਦੇ ਸ਼ਬਦ ਉਪਦੇਸ਼ ਨੂੰ ਉਸਨੇ ਅਸਲ ਮਾਇਨਿਆਂ ਵਿੱਚ ਪਛਾਣਿਆ ਹੋਇਆ। ਸ਼ਬਦ ਨਾਲ ਉਸਦੀ ਜਾਣ ਪਛਾਣ ਪੈ ਗਈ ਹੈ। ਗੁਰਮੁਖ ਮਰੈ ਨਾ ਕਾਲ ਨਾ ਖਾਏ। ਇੰਝ ਪਾਠ ਕਰਨਾ, ਗੁਰਮੁਖ ਮਰੈ ਨਾ ਕਾਲ ਨਾ ਖਾਏ। ਜਮਕੀ ਲਾਉਣੀ ਹੈ। ਇਹ ਇੱਕ ਤਾਂ ਦੋ ਡੰਡੀਆਂ ਜਿੱਥੇ ਪੰਕਤੀ ਸਮਾਪਤ ਹੁੰਦੀ ਉਹਨੂੰ ਕਹਿੰਦੇ ਨੇ ਸੰਪੂਰਨ ਵਿਸਰਾਮ। ਇੱਕ ਪੰਕਤੀ ਦੇ ਅੱਧ ਵਿੱਚ ਹੁੰਦਾ ਜਿਹਨੂੰ ਕਹਿੰਦੇ ਨੇ ਅਰਧ ਵਿਸਰਾਮ, ਅਤੇ ਇੱਕ ਹੁੰਦੀ ਜਮਕੀ, ਛੋਟਾ ਜਿਹਾ ਵਿਸ਼ਰਾਮ। ਗੁਰਮੁਖ ਮਰੈ ਨਾ। ਵਿਸ਼ਰਾਮ ਗਲਤ ਹੋ ਜਾਏ, ਪਾਠ ਦਾ ਉਚਾਰਨ ਗਲਤ ਹੁੰਦਾ ਅਤੇ ਅਰਥ ਗਲਤ ਹੋ ਜਾਂਦਾ। ਇਸ ਕਰਕੇ ਵਿਸ਼ਰਾਮ ਦੀ ਬਹੁਤ ਵੱਡੀ ਅਹਿਮੀਅਤ ਹੈ। ਗੁਰਮੁਖ ਮਰੈ ਨਾ ਕਾਲ ਨਾ ਖਾਏ। ਗੁਰਮੁਖ ਪਿਆਰਾ ਜੋ ਹੈ ਉਹ ਮਰਦਾ ਨਹੀਂ, ਭਾਵ ਆਤਮਿਕ ਮੌਤੇ ਨਹੀਂ ਮਰਦਾ। ਆਮ ਸੰਸਾਰੀ ਜੀਵ ਜਿਉਂਦੇ ਹੀ ਮਰੇ ਹੋਏ ਨੇ, ਪਰ ਗੁਰਮੁਖ ਮਰਦਾ ਨਹੀਂ, ਭਾਵ ਆਤਮਿਕ ਮੌਤ ਨਹੀਂ ਮਰਦਾ। ਕਾਲ ਨਾ ਖਾਏ। ਉਸ ਨੂੰ ਕਾਲ ਮੌਤ ਆਪਣੀ ਗ੍ਰਿਫਤ ਵਿੱਚ ਨਹੀਂ ਲੈ ਸਕਦੀ, ਉਹਨੂੰ ਕਾਲ ਨਹੀਂ ਖਾ ਸਕਦਾ। ਇਸ ਪ੍ਰਕਾਰ ਕਿਉਂਕਿ ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਜੰਮਣਾ ਮਰਨਾ ਖਤਮ ਹੋ ਜੂਗਾ ਅਤੇ ਕਾਲ ਦਾ ਉਹਦੇ 'ਤੇ ਕੋਈ ਬਸ ਨਹੀਂ ਚੱਲਦਾ। ਜਿਨ੍ਹਾਂ ਨੇ ਕਾਲ ਨੂੰ ਚੇਤੇ ਰੱਖ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਉਹ ਅਵਸਥਾ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਉੱਥੇ ਜਾ ਕੇ ਉਸ ਅਵਸਥਾ 'ਚ ਕਾਲ ਦਾ ਕੋਈ ਪ੍ਰਭਾਵ ਨਹੀਂ ਰਹਿ ਜਾਂਦਾ।
ਮੌਤ ਉਹਨਾਂ ਨੂੰ ਖਾ ਨਹੀਂ ਸਕਦੀ, ਸੁਤੰਤਰ ਹੁੰਦੇ ਨੇ। ਆਪਣੀ ਇੱਛਾ ਅਨੁਸਾਰ ਸਰੀਰ ਤਿਆਗ ਕੇ ਗੁਰਮੁਖ ਆਵੇ ਜਾਏ ਨਿਸੰਗ। ਇਸ ਪ੍ਰਕਾਰ ਉਹ ਸਰੀਰ ਤਿਆਗਦੇ ਨੇ, ਪਰ ਕਾਲ ਨਹੀਂ ਉਹਨਾਂ ਨੂੰ ਖਾਂਦਾ। ਆਤਮਿਕ ਮੌਤ ਨਹੀਂ ਖਾਂਦੀ, ਮੌਤ ਦਾ ਸਹਿਮ ਡਰ ਉਹਨਾਂ ਨੂੰ ਨਹੀਂ ਖਾਂਦਾ। ਗੁਰਮੁਖ ਸੱਚ ਸਮਾਵਣਿਆ, ਕਿਉਂਕਿ ਜੋ ਗੁਰਮੁਖ ਹੈ ਉਹ ਸੱਚ ਵਿੱਚ ਸਮਾਉਣ ਵਾਲਾ ਹੈ। ਸੱਚ ਕੀ ਹੈ? ਵਾਹਿਗੁਰੂ। ਸੱਚ ਕੀ ਹੈ? ਵਾਹਿਗੁਰੂ ਜੀ ਦਾ ਨਾਮ। ਸੱਚ ਸਰੂਪ ਪਰਮਾਤਮਾ ਜੋ ਨਾਸ ਤੋਂ ਰਹਿਤ ਹੈ, ਤੇ ਇਸ ਕਰਕੇ ਉਸ ਦਾ ਨਾਮ ਵੀ ਸੱਚ ਹੈ। ਸੱਚੇ ਨਾਮ ਦੁਆਰਾ ਸੱਚ ਸਰੂਪ ਵਾਹਿਗੁਰੂ ਵਿੱਚ ਹੀ ਸਮਾਉਣਾ ਹੁੰਦਾ ਗੁਰਮੁਖਾਂ ਦਾ। ਗੁਰਮੁਖ ਹਰ ਦਰ ਸੋਭਾ ਪਾਏ, ਜੋ ਗੁਰੂ ਅਨੁਸਾਰੀ ਹੈ, ਗੁਰਮੁਖ ਹੈ, ਉਹ ਹਰੀ ਪਰਮਾਤਮਾ ਦੇ ਦਰ 'ਤੇ, ਵਾਹਿਗੁਰੂ ਦੀ ਦਰਗਾਹ ਵਿੱਚ, ਉੱਥੇ ਜਾ ਕੇ ਸੋਭਾ ਪ੍ਰਾਪਤ ਕਰਦਾ ਹੈ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਵ, ਵਾ ਮਹਿਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨਾ ਹੋਏ ਬਨਾਸਾ। ਹਰੀ ਦੇ ਦਰ 'ਤੇ ਗੁਰਮੁਖ ਨੂੰ ਹੀ ਸੋਭਾ ਮਿਲਦੀ ਹੈ, ਪਰ ਗੁਰਮੁਖ ਵਿੱਚੋਂ ਆਪ ਗਵਾਏ। ਹਜ਼ੂਰ ਕਹਿੰਦੇ ਨੇ ਜੋ ਗੁਰਮੁਖ ਹੈ ਉਹਦੀ ਨਿਸ਼ਾਨੀ ਇਹ ਹੈ ਕਿ ਉਹ ਸੰਸਾਰ 'ਤੇ ਰਹਿੰਦਿਆਂ ਹੋਇਆਂ ਬੰਦਗੀ ਦੁਆਰਾ, ਗੁਰੂ ਦੇ ਸ਼ਬਦ ਦੇ ਪ੍ਰਭਾਵ ਦੁਆਰਾ ਆਪਣੇ ਹਿਰਦੇ ਦੇ ਵਿੱਚੋਂ ਅੰਦਰੋਂ ਆਪਾ ਭਾਵ ਆਪਣੇ ਆਪ ਨੂੰ ਗਵਾ ਕੇ ਚੱਲਦਾ। ਇੱਥੇ ਜ਼ਿੰਦਗੀ ਜਿਉਂਦਿਆਂ ਵੀ ਉਹ ਮਨ ਨੂੰ ਸੰਸਾਰ ਵੱਲੋਂ ਮਰਿਆ ਹੁੰਦਾ। ਦੁਨੀਆ ਭਾਵੇਂ ਦਾ ਸਤਿਕਾਰ ਕਰੇ, ਪਰ ਉਹ ਜਿਉਂਦਾ ਨਹੀਂ। ਹੰਕਾਰ ਮਰ ਗਿਆ ਹੈ, ਆਪਾ ਭਾਵ ਗਵਾਇਆ ਹੋਇਆ। ਆਪ ਤਰੈ ਕੁਲ ਸਗਲੇ ਤਾਰੇ, ਆਪ ਤਾਂ ਤਰਦਾ ਹੀ ਹੈ ਸੰਸਾਰ ਤੋਂ, ਉਹਨੇ ਆਪਣੇ ਸਾਰੇ ਕੁਲ ਵੀ ਤਾਰ ਲਏ ਹਨ। ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਹੀ ਹੈ ਜਿਸ ਨੇ ਆਪਣਾ ਜਨਮ ਸਵਾਰਿਆ ਹੈ। ਸੋ ਇਸ ਪ੍ਰਕਾਰ ਤਿੰਨ ਜਨਮ ਸਵਾਰਿਆ, ਆਪਣਾ ਜਨ ਗੁਰ ਅੱਖੀਂ ਦੇਖਣ। ਸੋ ਇਸ ਪ੍ਰਕਾਰ ਗੁਰਾਂ ਦੇ ਅਨੁਸਾਰੀ ਹੋ ਕੇ ਜੋ ਚੱਲਿਆ, ਉਹਨੇ ਆਪਣੇ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਹਾਰਿਆ ਨਹੀਂ। ਜਨਮ ਆਪਣਾ ਜੀਵਨ ਸਵਾਰ ਲਿਆ। ਇਹ ਜਨਮ ਐਸਾ ਉਹਨੂੰ ਮਿਲਿਆ ਕਿ ਇਸ ਜਨਮ ਦੁਆਰਾ ਉਹ ਮੁਕਤ ਹੋ ਗਿਆ। ਹੁਣ ਦੁਬਾਰਾ ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ। ਹੁਣ ਅਰਥ ਇਹ ਨਹੀਂ ਕਿ ਗੁਰਮੁਖ ਨੂੰ ਸਰੀਰਕ ਤੌਰ 'ਤੇ ਕੋਈ ਦੁੱਖ ਨਹੀਂ ਲੱਗਦਾ, ਨਹੀਂ। ਮਤਲਬ ਹੈ ਇੱਥੇ ਵੀ ਜੋ ਗੁਰਾਂ ਦੇ ਸਨਮੁਖ ਹੈ, ਉਹਨੂੰ ਸਰੀਰ ਦੁਆਰਾ ਜਿਹੜਾ ਕੋਈ ਦੁੱਖ ਹੈ ਉਹ ਉਹਦੇ ਮਨ ਦੇ ਤਾਈਂ ਦੁੱਖ ਨਹੀਂ ਲੱਗਦਾ। ਸਰੀਰਕ ਦੁੱਖ ਉਹਨੂੰ ਕੋਈ ਭੋ ਨਹੀਂ ਸਕਦਾ। ਸਰੀਰਕ ਦੁੱਖ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ, ਅਸਰ ਨਹੀਂ ਲੱਗਦਾ ਹੈ। ਗੁਰਮੁਖ ਹਉਮੈ ਚੂਕੈ ਪੀਰ, ਕਿਉਂਕਿ ਗੁਰਮੁਖ ਆਪਣੇ ਅੰਦਰੋਂ ਜਿਹੜੀ ਹਉਮੈ ਦੀ ਪੀੜ ਸਾਨੂੰ ਸਤਾ ਰਹੀ ਹੈ ਨਾ। ਹਉਮੈ ਸਾਨੂੰ ਚੰਗੀ ਬੜੀ ਲੱਗਦੀ, ਅਸੀਂ ਬੜੇ ਵਫਾ ਗੱਲਾਂ ਕਰਦੇ ਹਾਂ, ਪਰ ਅਸਲ ਵਿੱਚ ਇਹ ਪੀੜਾ ਹੈ। ਬਲਕਿ ਇਹਨੂੰ ਤਾਂ ਦੀਰਘ ਰੋਗ ਕਿਹਾ ਹਜ਼ੂਰ ਨੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਿੱਥੇ ਹਉਮੈ ਵਸਦੀ ਉੱਥੇ ਇਸ ਹਿਰਦੇ ਅੰਦਰ ਦਾਰੂ ਵੀ ਹੈ। ਗੁਰੂ ਦਾ ਸ਼ਬਦ ਜੇ ਕਮਾ ਲਏ ਤੇ ਹਉਮੈ ਮਰ ਜਾਂਦੀ ਹੈ। ਗੁਰਮੁਖ ਹਉਮੈ ਚੂਕੈ ਪੀਰ, ਗੁਰਮੁਖ ਜਿਹੜਾ ਹੈ ਉਹ ਹੰਗਤਾ ਦੀ ਪੀੜ ਨੂੰ ਦੂਰ ਕਰ ਲੈਂਦਾ ਹੈ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ। ਗੁਰਮੁਖ ਉਹ ਹੈ ਜਿਸ ਦਾ ਮਨ ਬਿਲਕੁਲ ਨਿਰਮਲ, ਉਜਲ ਤੇ ਪਵਿੱਤਰ ਹੋ ਗਿਆ। ਗੁਰਾਂ ਦੇ ਅਨੁਸਾਰੀ ਹੋ ਕੇ ਜੋ ਚੱਲਿਆ, ਉਹਨੂੰ ਇਹ ਦਾਤ ਮਿਲੀ ਕਿ ਉਹਦਾ ਮਨ ਬਿਲਕੁਲ ਨਿਰਮਲ, ਉਜਲ, ਪਵਿੱਤਰ, ਸਾਫ ਸੁਥਰਾ, ਮੈਲ ਤੋਂ ਬਿਨਾਂ ਹੋ ਗਿਆ। ਜਦੋਂ ਮਨ ਨਿਰਮਲ ਹੋ ਗਿਆ ਫਿਰ ਮੈਲ ਨਾ ਲੱਗ, ਫਿਰ ਦੁਬਾਰਾ ਕਦੇ ਮੈਲ ਨਹੀਂ ਲੱਗਦੀ। ਵਿਸ਼ਿਆਂ ਵਿਕਾਰਾਂ ਦੀ, ਸੰਸਕਾਰਾਂ ਦੀ ਮੈਲ ਨਹੀਂ ਲੱਗਦੀ ਨੇੜੇ। ਗੁਰਮੁਖ ਸਹਿਜ ਸਮਾਵਣਿਆ, ਗੁਰਮੁਖ ਜੋ ਹੈ ਉਹ ਸਹਿਜ ਮਾਨਸਿਕ ਅਡੋਲਤਾ, ਜਿੱਥੇ ਮਨ ਡਿੱਗਦਾ ਡੋਲਦਾ ਨਹੀਂ, ਉਸ ਅਵਸਥਾ ਦੇ ਵਿੱਚ ਸਮਾਉਣ ਵਾਲਾ ਹੋ ਜਾਂਦਾ, ਭਾਵ ਸਮਾਇਆ ਰਹਿੰਦਾ ਹੈ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਹੀ ਹੈ ਜਿਸ ਨੂੰ ਵਾਹਿਗੁਰੂ ਦੇ ਦਰ ਤੋਂ ਨਾਮ ਰੂਪ ਵਡਿਆਈ ਮਿਲਦੀ ਹੈ। ਨਾਮ ਮਿਲਿਆ ਹੈ ਅਤੇ ਨਾਮ ਹੀ ਇੱਜ਼ਤ ਹੈ ਵੱਡੀ। ਜਿਸ ਦੇ ਪੱਲੇ ਨਾਮ ਹੈ ਸੋ ਉਸ ਦੀ ਵਡਿਆਈ ਦੋਵਾਂ ਜਹਾਨਾਂ ਵਿੱਚ ਹੈ। ਗੁਰਮੁਖ ਗੁਣ ਗਾਵੈ ਸੋਭਾ ਪਾਈ, ਅਤੇ ਗੁਰਮੁਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਅਤੇ ਗੁਣ ਗਾਉਂਦਿਆਂ ਹੀ ਉਸਨੇ ਬਹੁਤ ਵੱਡੀ ਸੋਭਾ, ਸਤਿਕਾਰ, ਮਹਿਮਾ ਪ੍ਰਾਪਤ ਕੀਤੀ ਹੈ। ਸਦਾ ਆਨੰਦ ਰਹਿ ਦਿਨ ਰਾਤੀ,
ਜੋ ਗੁਰਮੁਖ ਹੈ ਦਿਨ ਤੇ ਰਾਤ ਸਦਾ ਹਮੇਸ਼ਾ ਹਰ ਇੱਕ ਸਮੇਂ ਵਿੱਚ ਆਨੰਦ ਦੇ ਸਹਿਤ ਰਹਿੰਦਾ ਹੈ। ਉਹਦੇ ਹਿਰਦੇ 'ਚ ਹਮੇਸ਼ਾ ਆਤਮਿਕ ਆਨੰਦ ਛਾਇਆ ਰਹਿੰਦਾ ਹੈ। ਗੁਰਮੁਖ ਸ਼ਬਦ ਕਰਾਵਣਿਆ, ਜੋ ਗੁਰਮੁਖ ਹੈ ਗੁਰੂ ਦੇ ਸ਼ਬਦ ਦੀ ਕਾਰ ਕਰਦਾ ਹੈ ਤੇ ਹੋਰਨਾਂ ਤੋਂ ਕਰਾਉਂਦਾ ਹੈ। ਗੁਰਮੁਖ ਅਨਦਨ ਸ਼ਬਦੇ ਰਾਤਾ, ਗੁਰਮੁਖ ਦੀ ਇਹ ਵੀ ਨਿਸ਼ਾਨੀ ਹੈ ਕਿ ਉਹ ਰਾਤ ਦਿਨ ਗੁਰੂ ਦੇ ਸ਼ਬਦ ਉਪਦੇਸ਼, ਤੇ ਸ਼ਬਦ ਦਾ ਅਰਥ ਹੈ ਬ੍ਰਹਮ, ਬ੍ਰਹਮ ਪਰਮਾਤਮਾ ਵਿੱਚ ਹੀ ਰਾਤਾ ਰੰਗਿਆ ਹੋਇਆ। ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਨੇ ਪਰਮਾਤਮਾ ਨੂੰ ਚੌਂ ਯੁੱਗਾਂ ਦੇ ਵਿੱਚ ਹੀ ਜਾਣਿਆ। ਜੋ ਗੁਰਮੁਖ ਹੋਏ ਭਾਵੇਂ ਕਿਸੇ ਯੁੱਗ 'ਚ ਹੋਏ ਨਾ ਪਰਮੇਸ਼ਰ ਨੂੰ ਜਾਣਿਆ। ਦੂਜਾ ਅਰਥ ਇਹ ਹੈ ਕਿ ਗੁਰਮੁਖ ਦੀ ਜਿਹੜੀ ਸੋਭਾ ਵਡਿਆਈ ਹੈ, ਨਾਮਣਾ ਹੈ, ਚੌਂ ਯੁੱਗਾਂ 'ਚ ਹੀ ਜਾਣਿਆ ਜਾਂਦਾ। ਗੁਰਮੁਖ ਦਾ ਜਸ ਚੌਂ ਯੁੱਗਾਂ 'ਚ ਜਾਣਿਆ ਜਾਂਦਾ। ਜਿਵੇਂ ਧਰੂ ਜੀ ਪ੍ਰਹਿਲਾਦ ਜੀ ਕਦੋਂ ਸਤਯੁਗ ਦੇ ਵੇਲੇ ਦੇ ਹੋਏ ਨੇ, ਅੱਜ ਵੀ ਵਡਿਆਈ ਹੈ, ਪ੍ਰਸਿੱਧ ਹਨ। ਔਰ ਇਸ ਪ੍ਰਕਾਰ ਹੋਰ ਲੋਕ ਸਾਡੇ ਵੱਡੇ ਵਡੇਰੇ ਹੋਏ, ਪਿਓ ਦਾਦੇ ਪੜਦਾਦੇ ਤੱਕ ਸਾਨੂੰ ਆਪਣੀ ਬੰਸ ਵਾਲਿਆਂ ਨੂੰ ਨਾਮ ਯਾਦ ਹੈ, ਕੌਣ ਨਾਮ ਜਾਣਦਾ। ਪਰ ਜੋ ਭਗਤ ਹੋਏ ਨੇ ਉਹਨਾਂ ਦਾ ਅੱਜ ਵੀ ਨਾਮ ਹੈ। ਗੁਰਮੁਖ ਚੌਂ ਯੁੱਗਾਂ ਵਿੱਚ ਜਾਣਿਆ ਜਾਂਦਾ ਹੈ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਗੁਰਮੁਖ ਪਰਮਾਤਮਾ ਜੋ ਨਿਰਮਲ ਹੈ, ਉਜਲ ਪਵਿੱਤਰ ਹੈ, ਉਸ ਦੇ ਸਦਾ ਗੁਣ ਗਾਉਂਦਾ ਹੈ। ਸਬਦੇ ਭਗਤ ਕਰਾਵਣਿਆ, ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਵਾਹਿਗੁਰੂ ਜੀ ਦੀ ਭਗਤੀ ਆਪ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ। ਬਾਝ ਗੁਰੂ ਹੈ ਅੰਧ ਅੰਧਾਰਾ, ਹਜ਼ੂਰ ਕਹਿੰਦੇ ਨੇ ਜੋ ਗੁਰਾਂ ਦੇ ਸਨਮੁਖ ਨਹੀਂ ਹੋਏ, ਗੁਰੂ ਵਾਲੇ ਨਹੀਂ ਬਣੇ, ਗੁਰੂ ਦੇ ਆਖੇ ਨਹੀਂ ਲੱਗੇ, ਗੁਰੂ ਦੀ ਸ਼ਰਨ 'ਚ ਨਹੀਂ ਆਏ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਬਲਕਿ ਇੰਜ ਵੀ ਹਜ਼ੂਰ ਨੇ ਕਿਹਾ, ਗੁਰਮੰਤਰ ਹੀਣਾਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣਾ ਹੈ, ਕੂਕਰ ਹੈ, ਸੂਕਰ ਹੈ, ਗਰਦਵ ਹੈ, ਕੱਕ ਹੈ, ਸਰਪਨ ਹੈ, ਤੁਲ ਖਲ ਹੈ। ਇੰਜ ਹਜ਼ੂਰ ਕਹਿੰਦੇ ਬਾਝ ਗੁਰੂ ਹੈ ਅੰਧ ਅੰਧਾਰਾ, ਗੁਰੂ ਤੋਂ ਬਗੈਰ ਘੁੱਪ ਹਨੇਰਾ ਹੀ ਹਿਰਦੇ ਅੰਦਰ ਛਾਇਆ ਰਹਿੰਦਾ। ਜਿਵੇਂ ਗਾੜਾ ਹਨੇਰਾ ਹੁੰਦਾ ਨਾ, ਕਾਲਾ ਬੋਲਾ ਕਿਸੇ ਕੋਠੇ ਅੰਦਰ, ਸੋ ਇਸ ਪ੍ਰਕਾਰ ਮਨੁੱਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਲਾਖਾ, ਐਸਾ ਹਨੇਰਾ ਜਿੱਥੇ ਕੋਈ ਵਸਤੂ ਪਈ ਦਿਸੇ ਨਾ। ਘੁੱਪ ਹਨੇਰਾ ਹੈ ਮਨਮੁਖ ਦੇ ਅੰਦਰ, ਕਿਉਂਕਿ ਗੁਰੂ ਤੋਂ ਬਗੈਰ ਹੈ। ਜਮ ਕਾਲ ਗਰਠੇ ਕਰਹਿ ਪੁਕਾਰਾ, ਟਕਸਾਲ ਵਿੱਚ ਗਰਠੇ ਪਾਠ ਕਰਾਇਆ ਜਾਂਦਾ, ਗਰਠੇ ਨਹੀਂ। ਅਰਥ ਗਰਸਿਆਂ ਦਾ, ਜਿਹੜੇ ਜਮ ਹਨ ਤੇ ਕਾਲ ਹੈ ਮੌਤ, ਤੇ ਜਮ ਜੋ ਫਰਿਸ਼ਤੇ ਹਨ ਮੌਤ ਦੇ, ਉਹਨਾਂ ਦੇ ਗਰਸੇ ਹੋਏ ਜਿਹੜੇ ਮਨਮੁਖ ਨੇ ਨਾ, ਗੁਰੂ ਤੋਂ ਬਗੈਰ ਜਿਹੜੇ ਹਨ, ਕਰਹਿ ਪੁਕਾਰਾ, ਪੁਕਾਰਾਂ ਕਰਦੇ ਹਨ। ਫਿਰ ਜਮਾਂ ਦੇ ਵੱਸ ਪਏ ਹੋਏ ਮੌਤ ਦੀ ਗ੍ਰਿਫਤ ਵਿੱਚ ਆਏ, ਫਿਰ ਉਸ ਵੇਲੇ ਪੁਕਾਰਾਂ ਕਰਦੇ ਹਨ, ਰੋਂਦੇ ਧੋਂਦੇ ਨੇ, ਪ੍ਰਕਾਰ ਸੁਣਦਾ ਕੋਈ ਨਹੀਂ। ਅਨਦਿਨ ਰੋਗੀ ਬਿਸ਼ਟਾ ਕੇ ਕੀੜੇ, ਰਾਤ ਦਿਨ ਦੇ ਉਹ ਰੋਗੀ ਹਨ, ਹੰਕਾਰ ਵਿਕਾਰਾਂ ਆਦਿਕਾਂ ਦੇ ਰੋਗਾਂ ਦੇ ਰੋਗੀ ਹਨ, ਤੇ ਬਿਸ਼ਟਾ ਦੇ ਗੰਦਗੀ ਦੇ ਉਹ ਕੀੜੇ ਹਨ। ਬਿਸ਼ਟਾ ਮਹਿ ਦੁੱਖ ਪਾਵਣਿਆ, ਜਿਵੇਂ ਗੰਦਗੀ ਦੇ ਕੀੜੇ ਗੰਦਗੀ ਵਿੱਚ ਹੀ ਕੁਰਬਲ ਕੁਰਬਲ ਕਰਦੇ ਫਿਰਦੇ ਨੇ, ਇਸ ਤਰ੍ਹਾਂ ਵਿਕਾਰਾਂ ਰੂਪੀ ਗੰਦ ਦੇ ਕੀੜੇ ਵਿਕਾਰਾਂ ਦੇ ਵਿੱਚ ਹੀ ਦੁੱਖ ਪਾਉਂਦੇ ਰਹਿੰਦੇ ਨੇ। ਗੁਰਮੁਖ ਆਪੇ ਕਰੇ ਕਰਾਏ, ਜੋ ਗੁਰਮੁਖ ਹੈ ਉਹਦੀ ਅਵਸਥਾ, ਉਹਦੇ ਅੰਦਰ ਨਿਸ਼ਚਾ ਹੈ ਕਿ ਪ੍ਰਮਾਤਮਾ ਆਪ ਹੀ ਕਰਦਾ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ, ਆਪ ਹੀ ਕਰਾਉਂਦਾ ਸਾਰਿਆਂ ਤੋਂ ਜੋ ਕੁਛ ਕਰਾਉਂਦਾ ਹੈ। ਗੁਰਮੁਖ ਹਿਰਦਾ ਵੁੱਠਾ ਆਪ ਆਏ, ਜੋ ਗੁਰਮੁਖ ਹੈ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ, ਉਹਦੇ ਹਿਰਦੇ 'ਚ ਪ੍ਰਮਾਤਮਾ ਆਪ ਆ ਵਸਿਆ ਹੈ ਤਾਂ ਸਭਨਾਂ ਦੇ ਅੰਦਰ ਹੀ ਪਰ ਗੁਪਤ ਹੈ। ਗੁਰਮੁਖਾਂ ਦੇ ਹਿਰਦੇ 'ਚ ਪ੍ਰਗਟ ਰੂਪ 'ਚ ਆ ਵਸਿਆ ਹੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਹਜ਼ੂਰ ਕਹਿੰਦੇ ਨੇ ਸਤਿਗੁਰੂ ਅਮਰਦਾਸ ਕਿ ਵਾਹਿਗੁਰੂ ਦੇ ਨਾਮ ਨਾਲ ਜੁੜਨ ਕਰਕੇ ਉਸ ਗੁਰਮੁਖ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਤੇ ਨਾਮ ਪੂਰੇ ਗੁਰੂ ਦੁਆਰਾ ਪਾਇਆ ਜਾਂਦਾ। ਪੂਰਨ ਗੁਰੂ ਦੁਆਰਾ ਉਹਨਾਂ ਨੇ ਨਾਮ ਦੀ ਪ੍ਰਾਪਤੀ ਕੀਤੀ ਹੈ ਗੁਰਮੁਖ ਜਨਾਂ ਨੇ, ਤੇ ਇਸ ਨਾਮ ਦੁਆਰਾ ਉਹਨਾਂ ਨੂੰ ਮਿਲਦੀ ਹੈ ਮਹਾਨ ਵੱਡੀ ਇੱਜ਼ਤ। ਮਾਝ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਏਕਾ ਜੋਤ ਜੋਤ ਹੈ ਸਰੀਰਾ, ਮਹਾਰਾਜ ਕਹਿੰਦੇ ਨੇ ਤਿੰਨਾਂ ਭਾਵਨਾ, ਸਾਰੀ ਸ੍ਰਿਸ਼ਟੀ, ਸਾਰੇ ਕੁਦਰਤ ਅੰਦਰ ਇੱਕ ਹੀ ਜੋਤ ਹੈ ਪ੍ਰਮਾਤਮਾ ਦੀ,
ਤੇ ਉਹ ਜੋਤ ਇਸ ਸਰੀਰ ਦੇ ਅੰਦਰ ਵੀ ਹੈ। ਸਾਰਿਆਂ ਸਰੀਰਾਂ ਅੰਦਰ ਉਹੀ ਇੱਕ ਜੋਤ ਦਾ ਚਾਨਣ ਹੈ। ਜਿਵੇਂ ਬਚਨ ਹਨ, ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ। ਇੱਥੇ ਚਾਨਣ ਸ਼ਬਦ ਦੇ ਨਾਲ ਇਹਨੂੰ ਸਿਹਾਰੀ ਹੈ। ਤਿਸ ਦਾ ਚਾਨਣ, ਅੱਗੇ ਬਚਨ ਸਭ ਮਹਿ ਚਾਨਣ ਹੋਏ, ਇੱਥੇ ਸਿਹਾਰੀ ਨਹੀਂ, ਪਹਿਲੇ ਚਾਨਣ ਨੂੰ ਸਿਹਾਰੀ ਹੈ। ਤਿਸ ਪਰਮਾਤਮਾ ਦੀ ਜੋਤ ਦੇ ਚਾਨਣ ਦੁਆਰਾ ਸਾਰਿਆਂ ਅੰਦਰ ਚਾਨਣ ਹੋ ਰਿਹਾ ਹੈ। 6 ਜੋਤਾਂ ਮੰਨੀਆਂ ਹਨ। ਪਰਤੇ ਪ੍ਰਕਾਸ਼, ਉਹ ਹੈ ਸੂਰਜ, ਚੰਦਰਮਾ, ਤਾਰੇ, ਅਗਨੀ, ਬਿਜਲੀ ਤੇ ਬੁੱਧੀ। ਇਹ ਆਪਣੇ ਆਪ ਚਾਨਣ ਨਹੀਂ ਇਹਨਾਂ ਵਿੱਚ, ਇਹ ਪਰਮਾਤਮਾ ਦੇ ਚਾਨਣ ਕਰਕੇ ਨਾ ਚਾਨਣਾ। ਚਾਨਣਾ ਦਾ ਚਾਨਣ ਵਾਹਿਗੁਰੂ ਹੈ, ਪਰਮਾਤਮਾ, ਉਸ ਦੀ ਜੋਤ ਕਰਕੇ ਇਹਨਾਂ ਸਾਰਿਆਂ ਦੇ ਚਾਨਣ ਹੈ। ਸ਼ਬਦ ਦਿਖਾਏ ਸਤਿਗੁਰ ਪੂਰਾ, ਜੋਤ ਤਾਂ ਹੈ ਸਾਰਿਆਂ ਅੰਦਰ, ਪਰ ਉਸ ਦਾ ਪ੍ਰਗਟਾਵਾ ਨਹੀਂ, ਜੋਤ ਦਾ ਦਰਸ਼ਨ ਨਹੀਂ ਹੈ। ਕਹਿੰਦੇ ਸ਼ਬਦ ਦਿਖਾਏ ਸਤਿਗੁਰ ਪੂਰਾ, ਜੋ ਪੂਰਨ ਸਤਿਗੁਰੂ ਹਨ ਸੱਚੇ ਪਾਤਸ਼ਾਹ, ਗੁਰ ਸਾਖੀ ਜੋਤ ਪ੍ਰਗਟ ਹੋਏ। ਸ਼ਬਦ ਆਪਣੇ ਉਪਦੇਸ਼ ਦੁਆਰਾ, ਸ਼ਬਦ ਦੀ ਰੌਸ਼ਨੀ ਦੁਆਰਾ ਪੂਰਾ ਸਤਿਗੁਰੂ ਵਿਖਾ ਦਿੰਦਾ ਹੈ। ਆਪੇ ਫਰਕ ਕੀਤੋਂ ਘਟ ਅੰਤਰ, ਆਪੇ ਬਣਤ ਬਣਾਵਣਿਆ। ਆਪ ਹੀ ਪਰਮਾਤਮਾ ਇਹ ਸਾਰੀ ਬਣਤ ਬਣਾਵਟ ਨੂੰ ਬਣਾਉਂਦਾ ਹੈ। ਤੇ ਇਹ ਬਣਤ ਇਹੋ ਜਿਹੀ ਬਣਾਈ ਹੈ ਕਿ ਆਪ ਹੀ ਪਰਮਾਤਮਾ ਨੇ ਸਾਰਿਆਂ ਜੀਆਂ ਦੇ ਘਟਾਂ ਸਰੀਰਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਫਰਕ ਕੀਤਾ ਹੋਇਆ। ਨਾ ਤਾਂ ਸਭਨਾਂ ਦੇ ਸਰੀਰਾਂ ਦੇ ਰੂਪ ਇੱਕੋ ਜਿਹੇ ਨੇ। ਦੇਖੋ ਕਿੰਨੀ ਸ੍ਰਿਸ਼ਟੀ ਪਰਮਾਤਮਾ ਨੇ ਸਾਜੀ, ਕੋਈ ਇੱਕ ਦੂਜੇ ਨਾਲ ਚਿਹਰਾ ਮੋਹਰਾ ਨਹੀਂ ਮਿਲਦਾ। ਜੇ ਇੱਕੋ ਜਿਹੇ ਸਾਰਿਆਂ ਦੇ ਰੂਪ ਹੁੰਦੇ ਫਿਰ ਜਾਣ ਪਛਾਣ ਨਹੀਂ ਸੀ ਰਹਿਣੀ, ਪਤਾ ਹੀ ਨਹੀਂ ਲੱਗਣਾ ਕਿਹੜਾ ਸਾਧੂ ਸਿੰਘ, ਕਿਹੜਾ ਫਲਾਣਾ ਸਿੰਘ। ਇਸ ਤਰ੍ਹਾਂ ਪਰਮਾਤਮਾ ਨੇ ਆਪ ਹੀ ਫਰਕ ਕੀਤਾ ਹੋਇਆ। ਤੇ ਅੰਦਰਲੀ ਅਵਸਥਾ ਜਿਹੜੀ ਮਾਨਸਿਕ ਅਵਸਥਾ ਹੈ, ਉਹਦੇ ਵਿੱਚ ਵੀ ਕੋਈ ਮਨਮੁਖ ਹੈ, ਕੋਈ ਗੁਰਮੁਖ ਹੈ, ਕੋਈ ਸਾਧ ਹੈ, ਕੋਈ ਚੋਰ ਹੈ, ਕੋਈ ਪਖੰਡੀ ਹੈ, ਕੋਈ ਬੇਈਮਾਨ ਹੈ, ਕੋਈ ਇਮਾਨਦਾਰ ਹੈ। ਅਨੇਕਾਂ ਤਰ੍ਹਾਂ ਦੇ ਪਰਮਾਤਮਾ ਨੇ ਫਰਕ ਰੱਖੇ ਹੋਏ ਨੇ। ਹਉ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣੇ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਮੈਂ ਤਾਂ ਆਪਣਾ ਆਪ ਵਾਰਦਿਆਂ, ਆਪਣੀ ਜਿੰਦ ਕੁਰਬਾਨ ਕਰਦਿਆਂ ਜੋ ਸੱਚ ਸਰੂਪ ਹਰੀ ਪਰਮਾਤਮਾ ਦੇ ਗੁਣ ਗਾਉਣ ਵਾਲੇ ਨੇ, ਉਹਨਾਂ ਤੋਂ ਬਾਜ ਗੁਰੂ ਕੋ ਸਹਿਜ ਨਾ ਪਾਏ। ਬਿਨਾਂ ਗੁਰੂ ਦੀ ਸ਼ਰਨ ਤੋਂ ਕੋਈ ਵਿਅਕਤੀ, ਕੋਈ ਜੀਵ ਸਹਿਜ ਅਵਸਥਾ, ਮਾਨਸਿਕ ਅਡੋਲਤਾ ਵਾਲੀ ਅਵਸਥਾ, ਖੁਸ਼ੀ ਗਮੀ ਤੇ ਇਸੇ ਤਰ੍ਹਾਂ ਪਾਪ ਪੁੰਨ, ਦੁੱਖ ਸੁੱਖ, ਗਰਮੀ ਸਰਦੀ, ਭੁੱਖ ਪਿਆਸ, ਸਾਰੀਆਂ ਚੀਜ਼ਾਂ ਤੋਂ ਉੱਪਰ ਵਸਣ ਵਾਲਾ, ਜਿਹਦੇ 'ਤੇ ਕੋਈ ਅਸਰ ਨਾ ਪਏ, ਜਿਹਦੀ ਮਾਨਸਿਕ ਅਵਸਥਾ ਡੋਲੇ ਨਾ ਕਦੇ ਵੀ, ਨਾ ਖੁਸ਼ੀ ਮੌਕੇ ਨਾ ਗਮੀ ਮੌਕੇ। ਸੋ ਇਸ ਪ੍ਰਕਾਰ ਐਸਾ ਜਿਹੜਾ ਸਹਿਜ ਹੈ, ਆਤਮਿਕ ਅਡੋਲਤਾ ਵਾਲੀ ਅਵਸਥਾ, ਉਹ ਬਿਨਾਂ ਗੁਰੂ ਤੋਂ ਕੋਈ ਨਹੀਂ ਪ੍ਰਾਪਤ ਕਰਦਾ। ਗੁਰਮੁਖ ਸਹਿਜ ਸਮਾਵਣਿਆ, ਤੇ ਗੁਰਮੁਖ ਉਸ ਸਹਿਜ ਗਿਆਨ ਵਿੱਚ ਇੱਕ ਰਸ ਅਵਸਥਾ ਵਿੱਚ ਪਹੁੰਚ ਕੇ ਵਾਹਿਗੁਰੂ ਵਿੱਚ ਹੀ ਸਮਾਏ ਰਹਿੰਦੇ ਨੇ। ਰਹਾਓ ਤੂੰ ਆਪੇ ਸੋਹ ਹੈ, ਆਪੇ ਜਗ ਮੋਹ ਹੈ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸੋਭਾ ਪਾ ਰਹੇ ਹੋ ਸਾਰੇ ਸੰਸਾਰ ਦੇ ਅੰਦਰ। ਇਹ ਜਿਹੜੀ ਸੋਭਾ ਦਿਸਦੀ ਹੈ, ਫੁੱਲ ਵੰਨ ਸਵੰਨੇ ਖਿੜਦੇ ਨੇ ਬਨਾਸਪਤੀ ਦੇ, ਤੇ ਇਸੇ ਤਰ੍ਹਾਂ ਪਸ਼ੂ ਤੇ ਪੰਛੀ ਪਰਿੰਦੇ ਕਿੰਨੇ ਵੰਨ ਸਵੰਨੇ। ਇਸ ਤਰ੍ਹਾਂ ਸਾਰੀ ਕੁਦਰਤ ਜਿਹੜੀ ਮੌਲੀ ਹੋਈ ਹੈ। ਸੋ ਆਪ ਹੀ ਮਹਾਰਾਜ ਤੁਸੀਂ ਸੋਭਾ ਪਾ ਰਹੇ ਹੋ। ਆਪੇ ਜਗ ਮੋਹ ਹੈ, ਤੇ ਆਪੇ ਤੁਸੀਂ ਸਾਰੇ ਜਗਤ ਨੂੰ ਮੋਹਿਤ ਕੀਤਾ ਹੋਇਆ। ਇਸ ਸ੍ਰਿਸ਼ਟੀ ਦੇ ਜੀਆਂ ਨੂੰ ਆਪ ਹੀ ਤੁਸੀਂ ਆਪਣੀ ਕੁਦਰਤ ਵਿੱਚ ਹੀ ਮੋਹਿਤ ਕੀਤਾ ਹੋਇਆ। ਤੂੰ ਆਪੇ ਨਦਰੀ ਜਗਤ ਪਰੋਵਹਿ, ਤੇ ਤੁਸੀਂ ਮਹਾਰਾਜ ਆਪ ਹੀ ਆਪਣੀ ਦ੍ਰਿਸ਼ਟੀ ਦੇ ਅੰਦਰ ਸਾਰੇ ਜਗਤ ਨੂੰ ਮਰਿਆਦਾ ਰੂਪੀ ਸੂਤ ਧਾਗੇ ਦੇ ਅੰਦਰ ਪਰੋਂਦੇ ਹੋ। ਆਪ ਹੀ ਆਪਣੇ ਹੁਕਮ ਦੇ ਸੂਤ ਵਿੱਚ ਪਰੋ ਕੇ ਰੱਖਿਓ, ਜਿੱਧਰ ਨੂੰ ਤੁਸੀਂ ਤੋਰਦੇ ਉੱਧਰ ਨੂੰ ਤੁਰਦੇ ਨੇ। ਤੂੰ ਆਪੇ ਦੁੱਖ ਸੁੱਖ ਦੇਵਹਿ ਕਰਤੇ, ਗੁਰਮੁਖ ਹਰ ਦੇਖਾ ਬਣਿਆ। ਤੇ ਹੇ ਕਰਤੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਆਪ ਹੀ ਇਹਨਾਂ ਜੀਆਂ ਤੋਂ ਜਿਹੋ ਜਿਹੇ ਕਰਮ ਕਰਵਾਉਂਦੇ ਹੋ, ਤੁਹਾਡੇ ਹੁਕਮ ਜੋ ਕਰਮ ਕਮਾਉਂਦੇ ਨੇ, ਵੈਸੇ ਉਹਨਾਂ ਨੂੰ ਫਲ ਭੁਗਤਾਉਂਦੇ। ਕੁਝ ਮੰਦ ਕਰਮੀ ਹਨ, ਉਹਨਾਂ ਨੂੰ ਦੁੱਖ ਦਿੰਦੇ ਹੋ, ਕੁਝ ਸ਼ੁਭ ਕਰਮੀ ਹਨ, ਉਹਨਾਂ ਨੂੰ ਸੁਖ ਦਿੰਦੇ ਹੋ ਸੱਚੇ ਪਾਤਸ਼ਾਹ। ਤੇ ਗੁਰਮੁਖ ਹਰ ਦੇਖਾ ਬਣਿਆ।
ਇਹ ਜਿਹੜੇ ਰਜੋ ਤਮੋ ਸਤੋ ਗੁਣ ਵਿੱਚ ਲੋਕ ਕਰਮ ਕਮਾਉਂਦੇ ਨੇ, ਉਹਨਾਂ ਨੂੰ ਤਾਂ ਦੁੱਖ ਸੁੱਖ ਭੁਗਤਾਉਂਦੇ ਹੋ। ਅਤੇ ਜੋ ਗੁਰਮੁਖ ਨੇ ਨਾ, ਚੌਥੇ ਪਦ ਦੇ ਅਧਿਕਾਰੀ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲੇ, ਗੁਰਮੁਖ ਸੋਏ ਜੇ ਹਰ ਜੀਓ ਭਾਇਆ। ਜਿਹੜੇ ਤੁਹਾਨੂੰ ਭਾ ਗਏ ਗੁਰਮੁਖ, ਹੇ ਹਰੀ ਜੀ, ਉਹਨਾਂ ਨੂੰ ਤੁਸੀਂ ਆਪਣਾ ਆਪ, ਆਪਣਾ ਸਰੂਪ ਵਿਖਾਉਣ ਵਾਲੇ ਹੋ। ਗੁਰਮੁਖ ਹਰੀ ਪ੍ਰਮਾਤਮਾ ਨੂੰ ਵੇਖਦੇ ਹਨ ਅਤੇ ਹੋਰਨਾਂ ਨੂੰ ਵਿਖਾ ਦਿੰਦੇ ਨੇ। ਆਪੇ ਕਰਤਾ ਕਰੇ ਕਰਾਏ, ਆਪ ਹੀ ਕਰਤਾ ਅਕਾਲ ਪੁਰਖ ਹੈ, ਸ੍ਰਿਸ਼ਟੀ ਨੂੰ ਰਚਣ ਵਾਲਾ, ਕਰਨ ਵਾਲਾ, ਅਤੇ ਆਪ ਹੀ ਸਾਰਾ ਕੁਝ ਕਰਾਉਣ ਵਾਲਾ ਜੀਆਂ ਤੋਂ। ਆਪੇ ਸ਼ਬਦ ਗੁਰ ਮਨ ਵਸਾਏ, ਆਪ ਹੀ ਐਸੀ ਬਖਸ਼ਿਸ਼ ਕਰਦਾ ਇਕਨਾਂ ਦੇ ਮਨ ਅੰਦਰ ਗੁਰੂ ਦਾ ਸ਼ਬਦ ਵਸਾ ਦਿੰਦਾ ਹੈ। ਵਾਹਿਗੁਰੂ ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰੂ ਦੇ ਸ਼ਬਦ ਰਾਹੀਂ ਹੀ ਆਤਮਿਕ ਮੌਤ ਨੂੰ ਖਤਮ ਕਰਨ ਵਾਲੀ ਬਾਣੀ ਬਚਨ ਉਪਜਦੇ ਹਨ। ਦੂਜਾ ਅਰਥ ਹੈ ਕਿ ਸ਼ਬਦ ਬ੍ਰਹਮ ਦੁਆਰਾ ਹੀ ਜੋ ਅੰਮ੍ਰਿਤ ਬਾਣੀ ਉਪਜਦੀ ਪ੍ਰਗਟ ਹੁੰਦੀ ਹੈ, ਅਤੇ ਗੁਰਮੁਖ ਆਖ ਸੁਣਾਵਣਿਆ। ਇੱਥੇ ਗੁਰਮੁਖ ਦਾ ਅਰਥ ਗੁਰੂ ਆ, ਜਿਵੇਂ ਭਾਈ ਗੁਰਦਾਸ ਨੇ ਕਿਹਾ, ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰੂ ਨਾਨਕ ਸਾਹਿਬ ਬਾਰੇ। ਐਸੇ ਸਤਿਗੁਰੂ ਮਹਾਰਾਜ ਜੀ ਇਸ ਬਾਣੀ ਨੂੰ, ਉਹਨਾਂ 'ਤੇ ਇਹ ਬਾਣੀ ਪ੍ਰਗਟ ਹੁੰਦੀ ਹੈ ਉਹਨਾਂ ਰਾਹੀਂ, ਉਹਨਾਂ ਦੇ ਹਿਰਦੇ 'ਚ, ਉਹ ਫਿਰ ਮੁਖ ਤੋਂ ਆਖ ਕੇ ਸੁਣਾਉਣ ਵਾਲੇ ਹਨ। ਭਾਵ ਗੁਰੂ ਰੂਪ ਵਿੱਚ ਵੀ ਮਹਾਰਾਜ ਤੁਸੀਂ ਆਪ ਹੀ ਇਹ ਬਾਣੀ ਨੂੰ ਸੁਣਾਉਣ ਵਾਲੇ ਹੋ। ਮੁਖ ਤੋਂ ਬੋਲ ਕੇ ਆਪਣੀ ਬਾਣੀ ਨੂੰ ਗੁਰੂ ਦੁਆਰਾ ਪ੍ਰਗਟ ਕਰਕੇ ਬੋਲ ਕੇ ਸੁਣਾਉਣ ਵਾਲੇ ਤੁਸੀਂ ਹੋ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਆਪੇ ਕਰਤਾ ਆਪੇ ਭੁਗਤਾ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਕਰਤਾ ਹੋ, ਸ੍ਰਿਸ਼ਟੀ ਨੂੰ ਰਚਣ ਵਾਲੇ। ਜਾਂ ਸਾਨੂੰ ਸਿੱਖਿਆ ਦਿੰਦਿਆਂ ਸੰਬੋਧਨ ਕਰ ਰਹੇ ਨੇ ਵੀ ਵਾਹਿਗੁਰੂ ਪਰਮਾਤਮਾ ਭਾਈ ਆਪ ਹੀ ਕਰਤਾ ਹੈ, ਆਪੇ ਭੁਗਤਾ, ਆਪ ਹੀ ਸਾਰਿਆਂ ਜੀਆਂ 'ਚ ਵਿਆਪਕ ਹੋਣ ਕਰਕੇ ਸਾਰੇ ਪਦਾਰਥਾਂ ਸੁੱਖਾਂ ਦੁੱਖਾਂ ਨੂੰ ਭੋਗਣ ਵਾਲਾ ਵੀ ਆਪ ਹੀ ਹੈ। ਬੰਧਨ ਤੋੜੇ ਸਦਾ ਹੈ ਮੁਕਤਾ, ਔਰ ਉਹ ਆਪਣੇ ਪਿਆਰਿਆਂ ਸੇਵਕਾਂ ਦੇ ਬੰਧਨ ਤੋੜਨ ਵਾਲਾ ਵੀ ਆਪ ਹੈ। ਅਤੇ ਸਦਾ ਹੈ ਮੁਕਤਾ, ਆਪ ਸਦਾ ਹਮੇਸ਼ਾ ਲਈ ਮੁਕਤ ਸਰੂਪ ਹੈ, ਬੰਧਨਾਂ ਤੋਂ ਖਲਾਸ ਹੈ, ਉਹਨੂੰ ਕੋਈ ਬੰਧਨ ਨਹੀਂ ਪਾ ਸਕਦਾ। ਵਾਹਿਗੁਰੂ ਨੂੰ ਕੋਈ ਬੰਧਨ ਨਹੀਂ, ਬਾਕੀ ਜੀਆਂ ਨੂੰ ਬੰਧਨ ਪਏ ਹੋਏ ਨੇ, ਅਤੇ ਜਿਨ੍ਹਾਂ ਦੇ ਬੰਧਨ ਉਹ ਤੋੜਦਾ ਉਹਨਾਂ ਦੇ ਟੁੱਟ ਜਾਂਦੇ ਨੇ। ਸਦਾ ਮੁਕਤ ਆਪੇ ਹੈ ਸੱਚਾ, ਉਹ ਸਦਾ ਹੀ ਮੁਕਤ ਸੁਤੰਤਰ ਰੂਪ ਹੈ ਅਤੇ ਆਪ ਸੱਚ ਸਰੂਪ ਹੈ। ਆਪੇ ਅਲਖ ਲਖਾਵਣਿਆ, ਆਪ ਹੀ ਨਾ ਲਖਿਆ ਜਾਣ ਵਾਲਾ ਅਦ੍ਰਿਸ਼ਟ ਸਰੂਪ ਹੈ। ਅਤੇ ਉਹ ਅਲਖ ਪਰਮਾਤਮਾ ਆਪ ਹੀ ਖੁਦ, ਜਿਨ੍ਹਾਂ ਦੇ ਤਾਈਂ ਜਣਾਉਣਾ ਹੁੰਦਾ ਆਪਣਾ ਸਰੂਪ, ਆਪਣੀ ਬੇਅੰਤਤਾ, ਆਪਣੇ ਸਰੂਪ ਦਾ ਗਿਆਨ, ਉਹਨਾਂ ਨੂੰ ਲਿਖਾ ਦਿੰਦਾ, ਜਣਾ ਦਿੰਦਾ ਹੈ। ਆਪੇ ਮਾਇਆ ਆਪੇ ਛਾਇਆ, ਆਪ ਹੀ ਵਾਹਿਗੁਰੂ ਮਾਇਆ ਰਚਣ ਵਾਲਾ, ਅਤੇ ਆਪ ਹੀ ਇਸ ਮਾਇਆ ਦਾ ਛਾਇਆ ਪ੍ਰਭਾਵ ਪਾਉਣ ਵਾਲਾ ਜੀਆਂ 'ਤੇ। ਮਾਇਆ ਹੈ, ਮਾਇਆ ਦੀ ਛਾਇਆ ਜਿਹੜੀ ਜੀਆਂ ਦੇ ਪਈ ਪ੍ਰਭਾਵ ਪਿਆ ਹੋਇਆ। ਇਸੇ ਪ੍ਰਕਾਰ ਆਪ ਹੀ ਮਾਇਆ ਰਚਣ ਵਾਲਾ, ਅਤੇ ਆਪ ਹੀ ਆਪਣੇ ਸਰੂਪ ਦਾ ਬ੍ਰਹਮ ਸੱਤਾ ਦਾ ਜਿਹੜਾ ਪ੍ਰਤੀਬਿੰਬ ਹੈ, ਜਿਹਨੂੰ ਛਾਇਆ ਕਿਹਾ ਜਾਂਦਾ, ਆਪਣਾ ਪ੍ਰਤੀਬਿੰਬ ਆਪ ਪਾਉਣ ਵਾਲਾ ਜੀਆਂ 'ਚ। ਮਾਇਆ ਵਿੱਚ ਆਪਣਾ ਪ੍ਰਤੀਬਿੰਬ ਆਪ ਹੀ ਪਾਇਆ, ਤਾਂ ਮਾਇਆ ਹਰਕਤ ਵਿੱਚ ਹੈ। ਆਪੇ ਮੋਹ ਸਭ ਜਗਤੋਂ ਪਾਇਆ, ਆਪ ਹੀ ਪਰਮਾਤਮਾ ਨੇ ਸਾਰਾ ਜਗਤ ਰਚਿਆ, ਅਤੇ ਆਪ ਹੀ ਸਾਰਿਆਂ 'ਚ ਮੋਹ ਪੈਦਾ ਕੀਤਾ ਹੋਇਆ। ਆਪੇ ਗੁਣ ਦਾਤਾ ਗੁਣ ਗਾਵੇ, ਆਪ ਪਰਮਾਤਮਾ ਗੁਣਾਂ ਦਾ ਦਾਤਾ ਹੈ, ਅਤੇ ਸੇਵਕਾਂ ਦੇ ਹਿਰਦੇ 'ਚ ਬੈਠਾ ਆਪਣੇ ਗੁਣ ਵੀ ਆਪ ਹੀ ਗਾ ਰਿਹਾ। ਆਪੇ ਆਖ ਸੁਣਾਵਣਿਆ, ਆਪ ਹੀ ਮੁਖ ਤੋਂ ਆਖ ਕੇ ਬੋਲ ਕੇ ਬਖਤਾ ਰੂਪ ਸੁਣਾਉਣ ਵਾਲਾ ਵਾਹਿਗੁਰੂ। ਆਪੇ ਕਰੇ ਕਰਾਏ ਆਪੇ, ਆਪ ਹੀ ਕਰਦਾ ਸਭ ਕੁਛ, ਆਪ ਹੀ ਕਰਾਉਂਦਾ ਜੀਆਂ ਤੋਂ। ਆਪੇ ਥਾਪੇ ਉਥਾਪੇ ਆਪੇ, ਥਾਪਣਾ ਹੁੰਦਾ ਬਣਾਉਣਾ ਰਚਣਾ, ਅਤੇ ਉਥਾਪੇ ਨਾਸ ਕਰਨਾ। ਆਪ ਹੀ ਥਾਪ ਕੇ ਰਚ ਕੇ ਰਚਨਾ, ਅਤੇ ਆਪ ਹੀ ਉਸ ਨੂੰ ਪੱਟਦਾ ਹੈ, ਨਾਸ ਕਰ ਦਿੰਦਾ ਹੈ। ਤੁਝ ਤੇ ਬਾਹਰ ਕਛੂ ਨਾ ਹੋਵੇ, ਇੰਝ ਹੀ ਕਹਿਣਾ ਬਣਦਾ ਕਿ ਇਹ ਵਾਹਿਗੁਰੂ ਜੀ ਤੁਹਾਡੇ ਤੋਂ ਬਾਹਰਾ, ਤੁਹਾਡੇ ਹੁਕਮ ਤੋਂ ਬਾਹਰਾ, ਤੁਹਾਡੀ ਦ੍ਰਿਸ਼ਟੀ ਤੋਂ ਬਾਹਰਾ ਕੁਛ ਨਹੀਂ ਹੁੰਦਾ ਹੈ। ਜਿਵੇਂ ਕਹਿੰਦੇ ਵਾਹਿਗੁਰੂ ਦੇ ਹੁਕਮ ਤੋਂ ਬਗੈਰ ਤਾਂ ਭਾਈ ਪੱਤਾ ਨਹੀਂ ਹਿਲਦਾ, ਇਸ ਤਰ੍ਹਾਂ ਹੀ ਆ। ਕਹਿੰਦੇ ਹੇ ਵਾਹਿਗੁਰੂ ਤੁਹਾਡੇ ਤੋਂ ਬਾਹਰ ਤਾਂ ਕੁਛ ਵੀ ਨਹੀਂ ਹੁੰਦਾ, ਤੂੰ ਆਪੇ ਕਾਰੈ ਲਾਵਣਿਆ, ਤੁਸੀਂ ਆਪ ਹੀ ਆਪਣੀ ਸੇਵਾ ਭਗਤੀ ਕਾਰ ਵਿੱਚ ਲਾਉਣ ਵਾਲੇ ਹੋ। ਹੋਰ ਵੀ ਕਾਰਾਂ ਵਿੱਚ ਜਿਨ੍ਹਾਂ ਨੂੰ ਲਾਇਆ ਹੋਇਆ ਤੁਸੀਂ ਲਾਉਣ ਵਾਲੇ ਹੋ। ਆਪੇ ਮਾਰੇ ਆਪ ਜੀਵਾਏ, ਆਪ ਹੀ ਵਾਹਿਗੁਰੂ
ਮਾਰਦਾ ਹੈ ਜੀਆਂ ਨੂੰ, ਆਪ ਹੀ ਜਿਵਾਉਂਦਾ ਹੈ ਮਰਿਆਂ ਹੋਇਆਂ ਨੂੰ। ਆਪ ਹੀ ਮਾਰਦਾ ਜੀਵਤ ਭਾਵ ਤੋਂ, ਆਪ ਹੀ ਜਿਵਾਉਂਦਾ ਆਤਮਿਕ ਜੀਵਨ ਵਿੱਚ। ਆਪੇ ਮੇਲੇ ਮੇਲ ਮਿਲਾਏ, ਆਪ ਹੀ ਮੇਲਦਾ ਆਪਣੇ ਨਾਲ। ਕਿਵੇਂ? ਗੁਰੂ ਸਾਹਿਬ ਨਾਲ ਮੇਲ ਕੇ ਫਿਰ ਮਿਲਾਉਂਦਾ ਹੈ ਸਤਸੰਗਤ ਵਿੱਚ, ਤੇ ਇਸ ਤਰ੍ਹਾਂ ਆਪਣੇ ਨਾਲ ਮੇਲਦਾ। ਸੇਵਾ ਤੇ ਸਦਾ ਸੁਖ ਪਾਇਆ, ਐਸੇ ਵਾਹਿਗੁਰੂ ਦੀ ਸੇਵਾ ਭਗਤੀ ਸਿਮਰਨ ਦੁਆਰਾ ਸਦਾ ਦਾ ਅਸੀਂ ਸੁਖ ਪ੍ਰਾਪਤ ਕੀਤਾ, ਸਦੀਵੀ ਹਮੇਸ਼ਾ ਦਾ ਸੁਖ। ਗੁਰਮੁਖ ਸਹਿਜ ਸਮਾਵਣਿਆ, ਗੁਰਾਂ ਦੇ ਜੋ ਸਨਮੁਖ ਹੋਇਆ ਹੈ, ਜਿਹਨੇ ਇਹ ਸੇਵਾ ਭਗਤੀ ਕੀਤੀ, ਉਹ ਸਹਿਜ ਚੌਥੇ ਪਦ ਵਿੱਚ ਸਹਿਜ ਗਿਆਨ ਅਵਸਥਾ 'ਚ, ਸ਼ਾਂਤੀ ਵਾਲੀ ਅਵਸਥਾ 'ਚ, ਸਮਾਧੀ ਵਾਲੀ ਅਵਸਥਾ 'ਚ ਸਮਾ ਗਿਆ ਹੈ। ਆਪੇ ਉੱਚਾ ਉੱਚੋ ਹੋਈ, ਆਪ ਹੀ ਪਰਮਾਤਮਾ ਜੋ ਆਪ ਉੱਚਾ ਹੈ, ਬਲਕਿ ਜਿਹੜੇ ਉੱਚੇ ਹਨ ਉਹਨਾਂ ਉੱਚਿਆਂ ਤੋਂ ਉੱਚਾ ਹੋਣ ਵਾਲਾ ਆਪ ਹੀ ਹੈ। ਜਿਸ ਆਪ ਵਿਖਾਲੇ ਸੋ ਵੇਖੈ ਕੋਈ, ਜਿਸ ਨੂੰ ਪਰਮਾਤਮਾ ਆਪ ਖੁਦ ਆਪਣਾ ਸਰੂਪ ਵਿਖਾਲਣਾ ਚਾਹੇ, ਜਿਹਨੂੰ ਆਪ ਵਿਖਾਲੇ ਉਹ ਹੀ ਕੋਈ ਵਿਰਲਾ ਵੇਖ ਸਕਦਾ ਹੈ, ਵਾਹਿਗੁਰੂ ਦੇ ਸਰੂਪ ਨੂੰ ਅਨੁਭਵ ਕਰ ਸਕਦਾ, ਜਾਣ ਸਕਦਾ। ਨਾਨਕ ਨਾਮ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਜੀ ਦਾ ਨਾਮ ਜਿਸ ਦੇ ਘਟ ਹਿਰਦੇ ਅੰਦਰ ਵਸ ਜਾਂਦਾ ਹੈ, ਆਪੇ ਵੇਖ ਵਿਖਾਲਣਿਆ। ਉਸ ਨੂੰ ਇਸ ਨਾਮ ਦੀ ਬਦੌਲਤ ਆਪ ਹੀ ਵਿਖਾਉਣ ਵਾਲਾ ਆਪਣਾ ਸਰੂਪ, ਅਥਵਾ ਜਿਸ ਦੇ ਹਿਰਦੇ 'ਚ ਨਾਮ ਵਸਿਆ ਉੱਥੇ ਖੁਦ ਪਰਮਾਤਮਾ ਆਪ ਵਸਿਆ ਹੈ, ਤੇ ਆਪਣੇ ਸਰੂਪ ਨੂੰ ਆਪ ਹੀ ਵੇਖਣ ਵਾਲਾ ਤੇ ਆਪ ਹੀ ਵਿਖਾਉਣ ਵਾਲਾ ਉਸ ਦੇ ਤਾਂ। ਮਾਝ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈਂ। ਆਮ ਤੌਰ 'ਤੇ ਸਵਾਲ ਉੱਠਦਾ ਨਾ ਵੀ ਪਰਮਾਤਮਾ ਵਸਦਾ ਕਿੱਥੇ, ਤਾਂ ਹਜ਼ੂਰ ਕਹਿ ਰਹੇ ਨੇ ਮੇਰਾ ਜੋ ਪ੍ਰਭੂ ਹੈ ਨਾ, ਉਹ ਸਾਰਿਆਂ ਥਾਵਾਂ 'ਤੇ ਭਰਪੂਰ ਹੋ ਰਿਹਾ, ਵਿਆਪਕ ਹੋ ਰਿਹਾ, ਪਰਿਪੂਰਨ ਹੋ ਰਿਹਾ ਹੈ, ਲਬਾਲਬ ਭਰਿਆ ਹੋਇਆ ਹੈ, ਸਭਨਾ ਥਾਵਾਂ 'ਤੇ ਯਾਨੀ ਮੌਜੂਦ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕੇ ਕੰਕਾਰ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਿਆ ਸੋ ਪਾਵੈ, ਉਹ ਤਾਂ ਭਰਪੂਰ ਹੋ ਰਿਹਾ। ਗੁਰ ਪ੍ਰਸਾਦੀ ਘਰ ਹੀ ਮਹਿ ਪਾਈ, ਅਸੀਂ ਤਾਂ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਵਾਹਿਗੁਰੂ ਪ੍ਰਮਾਤਮਾ ਨੂੰ ਘਰ ਹਿਰਦੇ ਦੇ ਅੰਦਰ ਹੀ ਪ੍ਰਾਪਤ ਕੀਤਾ। ਸਦਾ ਸਰੇਵੀ ਇੱਕ ਮਨ ਧਿਆਈ, ਇਸ ਕਰਕੇ ਮੈਂ ਸਦਾ ਵਾਸਤੇ ਪ੍ਰਮਾਤਮਾ ਨੂੰ ਸਿਮਰਦਾ ਹਾਂ, ਤੇ ਆਪਣੇ ਇੱਕ ਮਨ ਵਿੱਚ ਭਾਵ ਇਕਾਗਰ ਮਨ ਦੇ ਨਾਲ ਇੱਕ ਕਰਕੇ ਮਨ ਨੂੰ ਇਕਾਗਰ ਕਰਕੇ ਮਨ ਦੁਆਰਾ ਧਿਆਉਂਦਾ ਹਾਂ, ਸਿਮਰਦਾ ਹਾਂ, ਯਾਦ ਕਰਦਾ ਹਾਂ। ਗੁਰਮੁਖ ਸੱਚ ਸਮਾਵਣਿਆ, ਜਿਹੜੇ ਵੀ ਗੁਰਮੁਖ ਬਣਦੇ ਨੇ ਗੁਰਾਂ ਦੇ ਅਨੁਸਾਰੀ, ਉਹ ਸੱਚ ਸਰੂਪ ਪਰਮੇਸ਼ਰ ਵਿੱਚ ਹੀ ਸਮਾਉਣ ਵਾਲੇ ਬਣ ਜਾਂਦੇ। ਹਉ ਵਾਰੀ ਜੀਉ ਵਾਰੀ, ਮੈਂ ਵਾਰਦਿਆਂ ਆਪਣਾ ਆਪ, ਮੈਂ ਆਪਣੀ ਜਿੰਦ ਕੁਰਬਾਨ ਕਰਦਿਆਂ ਮੈਂ ਸਦਕੇ ਜਾਵਾਂ ਜਗ ਜੀਵਨ ਮਨ ਵਸਾਵਣਿਆ। ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਨੂੰ ਜੋ ਆਪਣੇ ਮਨ ਵਿੱਚ ਮੰਨ ਲੈਂਦੇ ਨੇ ਤੇ ਮਨ 'ਚ ਵਸਾ ਲੈਂਦੇ ਨੇ। ਹਰ ਜਗ ਜੀਵਨ ਨਿਰਭਉ ਦਾਤਾ, ਹਰੀ ਅਕਾਲ ਪੁਰਖ ਹੀ ਸਾਰੇ ਜਗਤ ਦੇ ਜੀਆਂ ਦਾ ਜੀਵਨ ਰੂਪ ਹੈ, ਜੀਵਨ ਦੇਣ ਵਾਲਾ ਤੇ ਨਿਰਭਉ ਨਿਡਰ ਦਾਤਾ ਹੈ, ਸਾਰੀਆਂ ਦਾਤਾਂ ਦੇਣ ਵਾਲਾ, ਜਿਸ ਨੂੰ ਕਿਸ ਦਾ ਕੋਈ ਡਰ ਨਹੀਂ। ਇਹ ਨਹੀਂ ਵੀ ਡਰਦਾ ਹੋਇਆ ਦਾਤਾਂ ਦਿੰਦਾ, ਨਿਰਭਉ ਸਰੂਪ ਹੈ ਦਾਤਾ ਸਾਰੀ ਸ੍ਰਿਸ਼ਟੀ ਦਾ। ਗੁਰਮਤਿ ਸਹਿਜ ਸਮਾਵਣਿਆ, ਪਰ ਜੋ ਗੁਰਮਤੀਏ ਬਣ ਜਾਂਦੇ ਹਨ ਉਹ ਉਸ ਦਾਤੇ ਨਿਰਭਉ ਜਗਜੀਵਨ ਵਿੱਚ ਸਹਿਜ ਅਵਸਥਾ 'ਚ ਪਹੁੰਚ ਕੇ, ਚੌਥੇ ਪਦ ਵਿੱਚ ਪਹੁੰਚ ਕੇ ਸਮਾ ਜਾਂਦੇ ਹਨ, ਭਾਵ ਅਭੇਦ ਹੋ ਜਾਂਦਾ। ਰਹਾਉ ਘਰ ਮਹਿ ਧਰਤੀ ਧੌਲ ਪਤਾਲਾ, ਘਰ ਹਿਰਦੇ ਦੇ ਅੰਦਰ ਹੀ ਜਿਹੜਾ ਧਰਤੀ ਨੂੰ ਤੇ ਪਤਾਲ ਨੂੰ ਧੌਲ ਧਰਮ ਰੂਪ ਬਲਦ ਬਣ ਕੇ ਆਸਰਾ ਸਹਾਰਾ ਦੇਣ ਵਾਲਾ ਨਾ, ਉਹ ਸਾਡੇ ਘਰ ਹਿਰਦੇ ਦੇ ਅੰਦਰ ਵੀ ਸਮਾਇਆ ਹੋਇਆ। ਜਿਸ ਨੇ ਧਰਤੀ ਨੂੰ ਤੇ ਪਤਾਲਾਂ ਨੂੰ ਬਿਨ ਥੰਮਾ ਗਗਨ ਰਹਾਇਆ, ਆਕਾਸ਼ ਨੂੰ ਜਿਹਨੇ ਟਿਕਾਇਆ ਬਿਨਾਂ ਥੰਮਾਂ ਤੋਂ, ਪਤਾਲ ਰੱਖੇ, ਧਰਤੀ ਵੀ ਪਲਾੜ ਵਿੱਚ ਹੀ ਆ ਖਲੋਤੀ ਹੋਈ। ਸੋ ਇਸ ਪ੍ਰਕਾਰ ਘਰ ਮਹਿ ਧਰਤੀ ਧੌਲ ਪਾਤਾਲਾ, ਘਰ ਹਿਰਦੇ ਦੇ ਅੰਦਰ ਧਰਤੀ ਵਰਗੀ ਖਿਮਾ ਆ ਗਈ ਹੈ ਗੁਰਮੁਖਾਂ ਦੇ, ਤੇ ਧੌਲਾ ਬਲਦ ਦੀ ਨਿਆਈ
ਧਰਮ ਆ ਗਿਆ ਗੁਰਮੁਖਾਂ ਦੇ ਹਿਰਦੇ ਅੰਦਰ। ਤੇ ਇਸ ਪ੍ਰਕਾਰ ਪਾਤਾਲਾ ਬਹੁਤ ਗਹਿਰ ਗੰਭੀਰ ਗਿਆਨ ਵਾਲੇ ਬਣ ਗਏ ਹਨ ਤੇ ਪਾਤਾਲਾ ਨਿਮਰਤਾ ਵਾਲੇ ਬਣ ਗਏ ਹਨ, ਬਹੁਤ ਜ਼ਿਆਦਾ ਨਿਮਰਤਾ ਹੈ। ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਉਹਨਾਂ ਨੂੰ ਪਤਾ ਲੱਗ ਗਿਆ ਹਿਰਦੇ ਰੂਪੀ ਘਰ ਦੇ ਅੰਦਰ ਹੀ ਪ੍ਰੀਤਮ ਪਿਆਰਾ ਜੋ ਸਦਾ ਹੈ ਬਾਲਾ, ਸਦ ਨਵਤਨ ਬਾਲ ਸਖਾਈ। ਬਾਲਾ ਦਾ ਅਰਥ ਹੈ ਨੌਜਵਾਨ ਅਵਸਥਾ 'ਚ ਰਹਿਣ ਵਾਲਾ, ਨਵੀਨ ਅਵਸਥਾ 'ਚ ਰਹਿਣ ਵਾਲਾ। ਉਹ ਪ੍ਰਮਾਤਮਾ ਸਦਾ ਵਾਸਤੇ ਇੱਕ ਰਸ ਅਵਸਥਾ 'ਚ ਰਹਿਣ ਵਾਲਾ ਘਰ ਹੀ ਮਹਿ ਪ੍ਰੀਤਮ, ਹਿਰਦੇ ਰੂਪੀ ਘਰ ਵਿੱਚ ਹੀ ਉਹ ਪਿਆਰਾ ਹੈ। ਤੇ ਸਦਾ ਆਨੰਦ ਰਹਿ ਸੁਖ ਦਾਤਾ, ਉਹ ਸੁੱਖਾਂ ਦਾ ਦਾਤਾ ਪ੍ਰਮਾਤਮਾ ਹਮੇਸ਼ਾ ਆਪਣੇ ਸਰੂਪ ਵਿੱਚ ਆਨੰਦ ਵਿੱਚ ਲੀਨ ਹੈ, ਆਪਣੇ ਸਰੂਪਾ ਆਨੰਦ ਵਿੱਚ ਲੀਨ ਹੈ। ਸਦਾ ਰਹਿੰਦਾ ਪ੍ਰਮਾਤਮਾ ਆਨੰਦ ਵਿੱਚ, ਉਹਦੇ ਸਰੂਪ 'ਤੇ ਦੁੱਖ ਸੁੱਖ ਦਾ ਪ੍ਰਭਾਵ ਨਹੀਂ ਪੈਂਦਾ ਹੈ। ਗੁਰਮਤ ਸਹਿਜ ਸਮਾਵਣਿਆ, ਤੇ ਇਸ ਤਰ੍ਹਾਂ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹ ਗੁਰੂ ਦੀ ਮੱਤ ਸਿੱਖਿਆ ਰਾਹੀਂ ਉਸ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ, ਸਹਿਜ ਵਿੱਚ ਸਮਾਏ ਰਹਿੰਦੇ ਹਨ। ਕਾਇਆ ਅੰਦਰ ਹਉਮੈ ਮੇਰਾ, ਜਿਵੇਂ ਸਾਧ ਸੰਗਤ ਜੀ ਧਰਤੀ ਦੇ ਅੰਦਰ ਹੀ ਅਨੇਕਾਂ ਤਰ੍ਹਾਂ ਦੇ ਬੀਜ ਉਗਦੇ ਨੇ, ਕੋਈ ਫਲ ਕੌੜਾ ਹੈ, ਕੋਈ ਮਿੱਠਾ। ਉਸ ਧਰਤੀ 'ਚ ਜ਼ਹਿਰ ਉਗਦੀ, ਅੰਮ੍ਰਿਤਮਈ ਫਲ ਵੀ ਉਗਦੇ ਨੇ। ਤੇ ਇਸੇ ਪ੍ਰਕਾਰ ਹੋਰ ਵੀ ਬੜਾ ਕੁਛ, ਜਿਵੇਂ ਫਸਲ ਬੀਜੀ ਦੀ ਆਪ ਪਰ ਨਦੀਨ ਆਪਣੇ ਆਪ ਉੱਗ ਪੈਂਦੇ ਨੇ, ਨਦੀਨ ਪੁੱਟਣੇ ਪੈਂਦੇ। ਇਸੇ ਤਰ੍ਹਾਂ ਕਾਇਆ ਸਰੀਰਾਂ ਵਿੱਚ ਸਭ ਵੱਥ ਪਾਈ, ਇਹ ਬਚਨ ਆਏ ਹਨ ਬਾਣੀ 'ਚ। ਇੱਥੇ ਬਜ਼ੁਰਗ ਕਹਿੰਦੇ ਨੇ ਕਾਇਆ ਅੰਦਰ ਹਉਮੈ ਮੇਰਾ, ਜਿੱਥੇ ਰੱਬ ਦੀ ਜੋਤ ਹੈ ਉੱਥੇ ਇਸ ਕਾਇਆ ਦੇ ਅੰਦਰ ਹੰਗਤਾ ਤੇ ਮਮਤਾ, ਹਉਮੈ ਹੰਕਾਰ, ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ, ਤੇ ਮੇਰਾ ਆਹ ਸਰੀਰ ਮੇਰਾ, ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ, ਆ ਵੀ ਮੇਰਾ, ਆ ਵੀ ਮੇਰਾ, ਇਹ ਮੇਰ ਮਮਤਾ। ਜੰਮਣ ਮਰਨ ਨਾ ਚੂਕੈ ਫੇਰਾ, ਜਿੱਥੇ ਕੇਵਲ ਇਹੋ ਕੁਛ ਹੀ ਵਸਿਆ ਹੋਇਆ ਉੱਥੇ ਜੰਮਣਾ ਮਰਨਾ ਨਹੀਂ ਮਿਟਦਾ, ਨਹੀਂ ਚੁੱਕਦਾ, ਦੂਰ ਹੁੰਦਾ ਫੇਰਾ, ਗੇੜਾ ਜਿਹੜਾ ਜਨਮਾਂ ਦੇ ਵਿੱਚ ਜੂਨਾਂ 'ਚ ਆਉਣ ਦਾ ਗੇੜਾ ਹੈ, ਇਹ ਫੇਰੇ ਨਹੀਂ ਵੱਜਣੋਂ ਨਹੀਂ ਹਟਦੇ। ਗੁਰਮੁਖ ਹੋਵੈ ਸੋ ਹਉਮੈ ਮਾਰੇ, ਜੋ ਗੁਰਮੁਖ ਬਣ ਜਾਂਦਾ ਹੈ ਉਹਦੀ ਨਿਸ਼ਾਨੀ ਹੈ ਕਿ ਗੁਰੂ ਮਹਾਰਾਜ ਦੇ ਦਰ 'ਤੇ ਹੰਕਾਰ ਪ੍ਰਵਾਨ ਹੀ ਨਹੀਂ, ਤੇ ਗੁਰੂ ਮਹਾਰਾਜ ਦੇ ਦਰ ਤੋਂ ਸ਼ਬਦ ਦੀਆਂ ਸੱਟਾਂ ਵੱਜ ਵੱਜ ਕੇ ਉਹਦਾ ਹਉਮੈ ਹੰਕਾਰ ਮਰ ਜਾਂਦਾ। ਗੁਰਮੁਖ ਹੋਵੈ ਸੋ ਹਉਮੈ ਮਾਰੇ, ਫਿਰ ਸੱਚੋ ਸੱਚ ਧਿਆ ਬਣਿਆ, ਤੇ ਸੱਚ ਹੀ ਸੱਚ ਜੋ ਪ੍ਰਮਾਤਮਾ ਹੈ ਉਸ ਨੂੰ ਧਿਆਉਣ ਵਾਲਾ ਬਣ ਜਾਂਦਾ ਗੁਰਮੁਖ, ਉਹਦੇ ਸਿਮਰਨ ਵਿੱਚ ਯਾਦ ਵਿੱਚ ਜੁੜਿਆ ਰਹਿੰਦਾ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਇਸ ਸਾਡੀ ਕਾਇਆ ਸਰੀਰ ਦੇਹ ਦੇ ਅੰਦਰ ਪਾਪ ਤੇ ਪੁੰਨ ਦੋਵੇਂ ਭਰਾ ਬਣ ਕੇ ਵਸਦੇ ਨੇ। ਦੁਹੀ ਮਿਲ ਕੇ ਸ੍ਰਿਸ਼ਟੋ ਪਾਈ, ਕਿਉਂਕਿ ਸੰਸਾਰ ਮਾਇਆ ਜਦੋਂ ਰਚ ਦਿੱਤੀ ਪ੍ਰਮਾਤਮਾ ਨੇ ਤੇ ਇਹਦੇ 'ਚ ਦੋ ਪੱਖ ਰਹਿਣੇ ਨੇ। ਮਾਇਆ ਦੂਜੀ ਚੀਜ਼ ਆ ਨਾ, ਇੱਕੋ ਇੱਕ ਤਾਂ ਪ੍ਰਮਾਤਮਾ ਹੈ, ਉਹ ਹਮੇਸ਼ਾ ਗੁਣਾਂ ਦਾ ਸਰੂਪ ਹੈ, ਆਨੰਦ ਦਾ ਸਾਗਰ ਹੈ, ਸੁੱਖ ਸਰੂਪ ਹੈ, ਉੱਥੇ ਤੇ ਕੋਈ ਮੈਲ ਨਹੀਂ, ਕੋਈ ਵਕਾਰ ਨਹੀਂ, ਕੋਈ ਦੋਸ਼ ਔਗਣ। ਪਰ ਮਾਇਆ ਵਿੱਚ ਦੋਵੇਂ ਪੱਖ ਨੇ। ਸੋ ਇਸ ਪ੍ਰਕਾਰ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਦੋਵੇਂ ਪੱਖ ਰਹਿਣਗੇ, ਬੁਰਾ ਤੇ ਭਲਾ, ਪਾਪ ਤੇ ਪੁੰਨ, ਜਬਰ ਤੇ ਸਬਰ, ਧਰਮ ਅਧਰਮ, ਬੇਈਮਾਨੀ ਇਮਾਨਦਾਰੀ, ਇਹ ਦੋਵੇਂ ਪੱਖ ਚੱਲਦੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹਨਾਂ ਦੋਵਾਂ ਨੇ, ਪਾਪ ਤੇ ਪੁੰਨ ਜਿਹੜੇ ਦੋ ਭਰਾ ਨੇ, ਇਹਨਾਂ ਦੋਵਾਂ ਮਿਲ ਕੇ ਸ੍ਰਿਸ਼ਟੀ ਉਪਾਈ ਰਚੀ ਹੈ। ਦੋਵੇਂ ਮਾਰ ਜਾਏ ਇਕਤ ਘਰ ਆਵੈ, ਜਿਹੜਾ ਇਹਨਾਂ ਦੋਵਾਂ ਨੂੰ ਮਾਰ ਕੇ ਜਾਏ, ਭਾਵ ਕਿ ਪਾਪ ਪੁੰਨ ਦੇ ਪ੍ਰਭਾਵ ਨੂੰ ਜਿਹੜਾ ਖਤਮ ਕਰਦਾ। ਨਾ ਤਾਂ ਮੈਲ ਕਰਕੇ ਉਹ ਪਾਪ ਕਰੇ, ਮੈਲਾ ਕਰਕੇ ਮਨ ਦੀਆਂ ਵਾਸ਼ਨਾਵਾਂ ਤੇ ਮੈਲਾਂ ਕਰਕੇ, ਲਾਲਸਾਵਾਂ ਕਰਕੇ ਪਾਪ ਹੁੰਦਾ ਨਾ, ਜਾਂ ਕ੍ਰੋਧ ਕਰਕੇ ਪਾਪ ਹੁੰਦਾ, ਕਾਮ ਕ੍ਰੋਧ ਮੋਹ ਹੰਕਾਰ ਸਾਰੇ ਹੀ ਇਹਨਾਂ ਕਰਕੇ ਪਾਪ ਹੁੰਦਾ। ਇਹ ਪਾਪ ਨੂੰ ਵੀ ਉਹ ਮਾਰ ਲੈਂਦਾ, ਜਦੋਂ ਵਕਾਰ ਮਾਰ ਲਏ ਤੇ ਪਾਪ ਮਰ ਗਿਆ। ਤੇ ਪੁੰਨ ਲੋਕ ਕਰਦੇ ਨੇ ਸਰੀਰਕ ਸੁੱਖਾਂ ਦੀ ਇੱਛਾ ਕਰਕੇ, ਤੇ ਇਸ ਕਰਕੇ ਉਹ ਸਰੀਰਕ ਸੁੱਖਾਂ ਦੀ ਇੱਛਾ ਵਾਸਤੇ ਪੁੰਨ ਵੀ ਨਹੀਂ ਕਰਦਾ, ਉਹ ਪਾਪ ਪੁੰਨ ਤੋਂ ਉੱਪਰ ਉੱਠ ਗਿਆ ਹੈ। ਜਿੱਥੇ ਜਾ ਕੇ ਸੁਰਗ ਬਾਸ ਨਾ ਬਾਸ਼ੀਆ, ਡਰੀਆ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨ ਨ ਕੀਜੈ ਆਸ, ਰਮਈਆ ਗੁਣ ਗਾਈਆ ਜਾਤੇ ਪਾਈਆ ਪਰਮ ਨਿਦਾਨ। ਉੱਥੇ ਜਾ ਕੇ ਹਜ਼ੂਰ ਕਹਿੰਦੇ ਨੇ ਕਿ ਦੋਵੇਂ ਮਾਰ ਜਾਏ ਇਕਤ ਘਰ ਆਵੇ, ਇੱਕ ਪਰਮਾਤਮਾ ਦੇ ਗਿਆਨ ਰੂਪੀ ਘਰ 'ਚ ਆਪਣੇ ਹਿਰਦੇ ਦੇ ਅੰਦਰ ਸਰੂਪ ਰੂਪੀ ਜਿਹੜਾ ਘਰ ਆ ਉੱਥੇ ਉਹ ਆ ਜਾਂਦਾ। ਗੁਰਮਤ ਸਹਿਜ ਸਮਾਵਣਿਆ, ਗੁਰਮਤੀਆ ਬਣ ਕੇ ਗੁਰੂ ਦੀ ਮੱਤ ਦੁਆਰਾ
ਸਹਿਜ ਜਿਹੜਾ ਚੌਥਾ ਪਦ ਹੈ, ਤਿੰਨਾਂ ਗੁਣਾਂ ਤੋਂ ਉੱਪਰ, ਪਾਪ ਪੁੰਨ ਤੋਂ ਉੱਪਰ, ਉਹਦੇ ਵਿੱਚ ਉਹ ਸਮਾਉਣ ਵਾਲਾ ਬਣ ਜਾਂਦਾ। ਘਰ ਹੀ ਮਾਹੇ ਦੂਜੈ ਭਾਏ ਹਨੇਰਾ, ਕਹਿੰਦੇ ਇਹ ਸਾਡਾ ਜਿਹੜਾ ਹਿਰਦਾ ਰੂਪੀ ਘਰ ਹੈ, ਇਸ ਘਰ ਦੇ ਅੰਦਰ ਹੀ ਜੀਵ ਨੂੰ ਹਨੇਰਾ ਵਿਆਪਿਆ। ਕਿਉਂ? ਦੂਜੇ ਭਾ ਕਰਕੇ। ਦੂਜਾ ਭਾਏ ਪ੍ਰੇਮ ਕਿਹੜਾ? ਸੰਸਾਰ ਦਾ, ਮਾਇਆ ਦੇ ਮੋਹ ਕਰਕੇ ਇਸ ਜੀਵ ਦੇ ਘਰ ਹਿਰਦੇ ਅੰਦਰ ਹਨੇਰਾ ਅਗਿਆਨਤਾ ਦਾ। ਚਾਨਣ ਹੋਵੇ ਛੋਡਾ ਹੋਮੈ ਮੇਰਾ, ਜਦੋਂ ਅਗਿਆਨ ਮਰ ਜਾਏ ਤੇ ਹੰਗਤਾ ਤੇ ਮੇਰਾਪਣ, ਮੇਰ ਮਮਤਾ ਇਹ ਛੱਡ ਦਿੰਦਾ, ਫਿਰ ਉੱਥੇ ਚਾਨਣ ਹੋ ਜਾਂਦਾ ਹੈ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਜੋ ਗੁਰਾਂ ਦਾ ਸ਼ਬਦ ਹੈ ਇਹ ਪ੍ਰਗਟ ਹੋਇਆ ਹਿਰਦੇ 'ਚ ਸੁੱਖਾਂ ਦਾ ਦਾਤਾ ਹੈ। ਇਹ ਸ਼ਬਦ ਉੱਥੇ ਪ੍ਰਗਟ ਹੈ ਜੋ ਸੁੱਖਾਂ ਦਾ ਦਾਤਾ ਹੈ। ਅਨੰਦਨ ਨਾਮ ਧਿਆਵਣਿਆ, ਉਹ ਗੁਰਮੁਖ ਪਿਆਰਾ ਫਿਰ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਵਾਲਾ ਬਣ ਗਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਸਾਰੀ ਸ੍ਰਿਸ਼ਟੀ ਦੇ ਅੰਦਰ ਹੀ ਜੋਤ ਹੈ ਪ੍ਰਮਾਤਮਾ ਦੀ, ਅਤੇ ਉਸ ਜੋਤ ਦੁਆਰਾ ਇਹ ਸਾਰਾ ਪਸਾਰਾ ਪ੍ਰਗਟ ਹੈ। ਜੇ ਜੋਤ ਵਿੱਚੋਂ ਨਿਕਲ ਜਾਏ ਤੇ ਪਸਾਰਾ ਗੁੰਮ ਹੋ ਜਾਏਗਾ, ਪਸਾਰਾ ਵੀ ਨਹੀਂ ਰਹੇਗਾ। ਇਹ ਜਿਹੜਾ ਪਸਾਰਾ ਪ੍ਰਗਟ ਦਿਸ ਰਿਹਾ, ਇਹਦੇ ਅੰਦਰ ਜੋਤ ਹੈ ਪ੍ਰਮਾਤਮਾ ਦੀ, ਪ੍ਰਗੁਪਤ ਹੈ। ਗੁਰ ਸਾਖੀ ਮਿਟਿਆ ਅੰਧਿਆਰਾ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨਾਲ ਸਾਂਝ ਪਾਈ, ਗੁਰੂ ਦੀ ਸਾਖੀ ਦੁਆਰਾ, ਸਿੱਖਿਆ ਦੁਆਰਾ ਉਹਨਾਂ ਦੇ ਅੰਦਰੋਂ ਹਨੇਰਾ ਮਿਟ ਗਿਆ। ਕਮਲ ਬਿਗਾਸ ਸਦਾ ਸੁਖ ਪਾਇਆ, ਜਿਹੜਾ ਹਿਰਦਾ ਰੂਪੀ ਕਮਲ ਮੂਧਾ ਸੀ ਇਹ ਸਿੱਧਾ ਹੋ ਗਿਆ ਤੇ ਵਿਗਾਸ ਖਿੜਿਆ, ਹਿਰਦਾ ਕਮਲ ਖਿੜ ਆਇਆ, ਸਦਾ ਦਾ ਸੁਖ ਉਹਨਾਂ ਨੇ ਪ੍ਰਾਪਤ ਕੀਤਾ। ਜੋਤੀ ਜੋਤ ਮਿਲਾਵਣਿਆ, ਉਹ ਫਿਰ ਜੋਤੀ ਸਰੂਪ ਪਰਮਾਤਮਾ ਵਿੱਚ ਆਪਣੀ ਜੋਤ ਨੂੰ ਮਿਲਾਉਣ ਵਾਲੇ ਬਣ ਗਏ। ਉਹਨਾਂ ਨੇ ਆਪਣੀ ਜੋਤ ਨੂੰ ਜੋਤੀ ਸਰੂਪ ਪਰਮਾਤਮਾ ਜੋ ਪਰਮ ਜੋਤੀ ਹੈ ਉਹਦੇ ਵਿੱਚ ਮਿਲਾ ਦਿੱਤਾ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਇਹ ਜਿਹੜਾ ਸਾਡੇ ਅੰਦਰ ਸਰੂਪ ਰੂਪੀ ਮਹੱਲਾ ਹੈ, ਉੱਥੇ ਰਤਨਾਂ ਦੇ ਭੰਡਾਰ ਭਰੇ ਹੋਏ ਨੇ। ਤੇ ਗੁਰਮੁਖ ਪਾਏ ਨਾਮ ਅਪਾਰਾ, ਇਹ ਉਹਨੂੰ ਰਤਨ ਪਦਾਰਥ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਸੋ ਜਾਣਾ ਜਿਨ ਚਾਖਿਆ ਹਰ ਨਾਮ ਅਮੂਲਾ। ਸੋ ਇਸ ਪ੍ਰਕਾਰ ਇਸ ਨਾਮ ਵਿੱਚੋਂ ਅੱਗੇ ਹੋਰ ਰਤਨ ਬਣੇ ਨੇ, ਸ਼ੁਭ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ। ਇੱਥੇ ਹਜ਼ੂਰ ਕਹਿ ਰਹੇ ਨੇ ਜੋ ਗੁਰਾਂ ਦੇ ਸਨਮੁਖ ਹੋ ਚੱਲਦਾ, ਸਨਮੁਖ ਬਣ ਕੇ, ਗੁਰਮੁਖ ਬਣ ਕੇ, ਉਹ ਪਾ ਲੈਂਦਾ ਅਪਾਰਾ ਬੇਅੰਤ ਪਰਮਾਤਮਾ ਦੇ ਨਾਮ ਦਾ ਖਜ਼ਾਨਾ। ਤੇ ਇਸ ਪ੍ਰਕਾਰ ਉਹਦੇ ਅੰਦਰ ਇਹ ਰਤਨ ਪ੍ਰਗਟ ਹੋ ਜਾਂਦੇ ਨੇ, ਸ਼ੁਭ ਗੁਣ। ਗੁਰਮੁਖ ਵਣਜੇ ਸਦਾ ਵਪਾਰੀ, ਗੁਰਮੁਖ ਵਣਜਦਾ ਹੈ, ਵਪਾਰ ਕਰਦਾ ਸਦਾ ਵਾਸਤੇ, ਵਪਾਰੀ ਬਣ ਕੇ ਇਹਨਾਂ ਸ਼ੁਭ ਗੁਣਾਂ ਦਾ, ਵਾਹਿਗੁਰੂ ਦੇ ਨਾਮ ਦਾ ਤਨ ਮਨ ਧਨ ਆਪਣਾ ਭੇਟਾ ਕਰਕੇ। ਲਾਹਾ ਨਾਮ ਸਦ ਪਾਵਣਿਆ, ਉਹ ਸਦਾ ਹਮੇਸ਼ਾ ਵਾਸਤੇ ਵਾਹਿਗੁਰੂ ਦੇ ਨਾਮ ਦਾ ਲਾਭ ਪ੍ਰਾਪਤ ਕਰਨ ਵਾਲਾ ਬਣਿਆ। ਹਜ਼ੂਰ ਕਹਿੰਦੇ ਲਾਭ ਲੈਹੋ ਹਰ ਹਿਰਦੈ ਅਰਾਧੋ, ਛੁਟ ਕੇ ਆਵਣ ਜਾਣੀ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ਾ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ। ਸੋ ਇਸ ਪ੍ਰਕਾਰ ਦਾ ਉਹ ਲਾਭ ਗੁਰਮੁਖ ਪਿਆਰਾ ਖਟਦਾ ਹੈ। ਆਪੇ ਵੱਥ ਰਾਖੈ ਆਪੇ ਦੇ, ਆਪੇ ਇਹ ਵੱਥ ਵਸਤੂ ਪਰਮਾਤਮਾ ਰੱਖਦਾ ਜੀਵ ਦੇ ਅੰਦਰ, ਤੇ ਇਸ ਰੱਖੀ ਹੋਈ ਵਸਤੂ ਆਤਮ ਗਿਆਨ ਨੂੰ ਆਪ ਹੀ ਬਖਸ਼ਣ ਵਾਲਾ ਗੁਰਮੁਖਾਂ ਦੇ ਤਾਈਂ ਆਪ ਦਿੰਦਾ ਹੈ। ਪਰ ਗੁਰਮੁਖ ਵਣਜਿਆ ਕਈ ਕੇ, ਜੋ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ, ਉਹ ਕੋਈ ਮਤਲਬ ਵਿਰਲੇ ਕੋਈ ਹਨ ਜੋ ਇਸ ਵਸਤੂ ਦਾ ਵਣਜ ਕਰਦੇ ਨੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਧੰਨ ਗੁਰੂ ਅਮਰਦਾਸ ਦਾਤਾ ਜੀ ਕਹਿੰਦੇ ਨੇ, ਜਿਸ ਦੇ ਉੱਪਰ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਉਹੀ ਜੀਵ ਪ੍ਰਾਪਤ ਕਰ ਸਕਦਾ ਹੈ। ਕਰ ਕਿਰਪਾ ਮਨ ਵਸਾਵਣਿਆ, ਜਿਸ ਤੇ ਕਿਰਪਾ ਕਰਦਾ ਵਾਹਿਗੁਰੂ, ਆਪਣੀ ਕਿਰਪਾ ਕਰਕੇ ਉਹਦੇ ਮਨ ਦੇ ਅੰਦਰ ਵਸਾਉਣ ਵਾਲਾ ਹੈ, ਵਸਾ ਦਿੰਦਾ ਹੈ। ਮਾਝ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਬਚਨ ਫਰਮਾਉਂਦੇ ਨੇ, ਹਰਿ ਆਪੇ ਮੇਲੇ ਸੇਵ ਕਰਾਏ। ਹਰੀ ਪਰਮਾਤਮਾ ਆਪ ਹੀ ਗੁਪਤ ਰੂਪ ਵਿੱਚ ਬਖਸ਼ਿਸ਼ ਕਰਕੇ ਆਪਣੀ ਭਗਤੀ ਕਰਾਉਂਦਾ, ਤੇ ਭਗਤੀ ਕਰਾ ਕੇ ਫਿਰ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ ਹੈ। ਗੁਰ ਕੈ ਸ਼ਬਦ ਭਾਉ ਦੂਜਾ ਜਾਏ,
ਗੁਰਾਂ ਦੇ ਸ਼ਬਦ ਉਪਦੇਸ਼ ਗੁਰੂ ਕੀ ਬਾਣੀ ਦੁਆਰਾ ਜਿਹੜਾ ਦੂਜਾ ਭਾਵ ਹੈ ਨਾ ਸੰਸਾਰ ਦਾ, ਉਹ ਫਿਰ ਚਲਿਆ ਜਾਂਦਾ ਹੈ। ਸੰਸਾਰ ਦਾ ਮੋਹ ਦੂਰ ਹੋ ਜਾਂਦਾ, ਸੰਸਾਰ ਵੱਲੋਂ ਬੈਰਾਗ ਉਤਪੰਨ ਹੋ ਜਾਂਦਾ, ਸੱਚਾ ਬੈਰਾਗ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਹਰ ਨਿਰਮਲ ਸਦਾ ਗੁਣ ਦਾਤਾ। ਹਰੀ ਪ੍ਰਮਾਤਮਾ ਹੈ ਨਿਰਮਲ ਉਜਲ ਪਵਿੱਤਰ ਸ਼ੁੱਧ ਸਰੂਪ, ਤੇ ਸਦਾ ਸਦਾ ਵਾਸਤੇ ਸਾਰੇ ਸ਼ੁਭ ਗੁਣਾਂ ਦਾ ਦਾਤਾ ਹੈ। ਹਰ ਗੁਣ ਮਹਿ ਆਪ ਸਮਾਵਣਿਆ। ਤੇ ਜਿਹੜੇ ਹਰੀ ਦੇ ਗੁਣ ਗਾਉਂਦੇ ਨੇ ਨਾ, ਇਹਨਾਂ ਹਰੀ ਦੀ ਪ੍ਰਾਪਤੀ ਵਾਲੇ ਗੁਣਾਂ ਜਾਂ ਹਰੀ ਦੇ ਗੁਣ ਗਾਉਣ ਦੇ ਵਿੱਚ ਪ੍ਰਮਾਤਮਾ ਆਪ ਹੀ ਸਮਾਇਆ ਹੋਇਆ। ਔਰ ਜਿਨ੍ਹਾਂ ਨੂੰ ਗੁਣ ਦਾਤਾ ਬਣ ਕੇ ਗੁਣ ਬਖਸ਼ੇ, ਉਸ ਹਰੀ ਦੇ ਗੁਣਾਂ ਵਿੱਚ ਉਹ ਗੁਰਮੁਖ ਪਿਆਰੇ ਆਪ ਸਮਾਉਣ ਵਾਲੇ ਬਣ ਗਏ। ਹਉ ਵਾਰੀ ਜਿਉ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਮੈਂ ਵਾਰ ਨੇ ਫੇਰ ਨੇ, ਮੈਂ ਆਪਣੀ ਜਿੰਦ ਕੁਰਬਾਨ ਕਰਦਿਆਂ ਸਦਕੇ ਜਾਵਾਂ ਜਿਹੜੇ ਸੱਚ ਸਰੂਪ ਪਰਮਾਤਮਾ ਨੂੰ ਤੇ ਉਸ ਦੇ ਸੱਚੇ ਨਾਮ ਨੂੰ ਹਿਰਦੇ 'ਚ ਵਸਾਉਣ ਵਾਲੇ ਨੇ। ਸੱਚਾ ਨਾਮ ਸਦਾ ਹੈ ਨਿਰਮਲ। ਵਾਹਿਗੁਰੂ ਜੀ ਦਾ ਨਾਮ ਹੀ ਸੱਚਾ ਹੈ ਤੇ ਸਦਾ ਵਾਸਤੇ ਉਜਲ ਪਵਿੱਤਰ ਹੈ। ਗੁਰ ਸ਼ਬਦੀ ਮਨ ਵਸਾਵਣਿਆ। ਪਰ ਗੁਰੂ ਸ਼ਬਦੀਏ ਜੋ ਹਨ, ਗੁਰੂ ਦੇ ਸ਼ਬਦ ਨਾਲ ਜੁੜਨ ਵਾਲੇ, ਗੁਰੂ ਦੇ ਸ਼ਬਦ ਰਾਹੀਂ ਮੰਨ ਕੇ ਗੁਰੂ ਦੇ ਸ਼ਬਦ ਦੇ ਉਪਦੇਸ਼ ਨੂੰ ਤੇ ਮਨ 'ਚ ਵਸਾਉਣ ਵਾਲੇ ਹਨ ਗੁਰਮੁਖ ਪਿਆਰੇ। ਰਹਾਓ। ਆਪੇ ਗੁਰ ਦਾਤਾ ਕਰਮ ਵਿਦਾਤਾ। ਆਪ ਹੀ ਗੁਰੂ ਰੂਪ ਹੋ ਕੇ ਦਾਤਾ ਹੈ ਨਾਮ ਦਾ, ਤੇ ਆਪ ਹੀ ਪਰਮਾਤਮਾ ਕਰਮ ਵਿਦਾਤਾ, ਕਰਮਾਂ ਅਨੁਸਾਰ ਫਲ ਪ੍ਰਦਾਤਾ ਹੈ। ਸੇਵਕ ਸੇਵਹਿ ਗੁਰਮੁਖ ਹਰ ਜਾਤਾ। ਸੇਵਕ ਬਣ ਕੇ ਜੋ ਸੇਵਦੇ ਸਿਮਰਦੇ ਹਨ ਵਾਹਿਗੁਰੂ ਨੂੰ, ਗੁਰਮੁਖ ਗੁਰਾਂ ਦੇ ਅਨੁਸਾਰੀ ਹੋ ਕੇ, ਉਹਨਾਂ ਐਸੇ ਗੁਰਮੁਖਾਂ ਨੇ ਹਰੀ ਪਰਮਾਤਮਾ ਅਕਾਲ ਪੁਰਖ ਨੂੰ ਜਾਤਾ ਜਾਣ ਲਿਆ ਹੈ। ਯਾਨੀ ਹੈ ਤਾਂ ਹਰ ਥਾਂ ਮੌਜੂਦ, ਪਰ ਮਨਮੁਖਤਾ ਹੀ ਕਰਕੇ ਜਾਣਿਆ ਨਹੀਂ, ਇਸ ਕਰਕੇ ਗੁਪਤ ਹੈ। ਸਿਮਰਨ ਨਹੀਂ ਕੀਤਾ, ਮਨਮੁਖਤਾ ਹੀ ਰਹੀ, ਤੇ ਗੁਰਮੁਖਾਂ ਨੇ ਹਰੀ ਨੂੰ ਜਾਣ ਲਿਆ। ਅੰਮ੍ਰਿਤ ਨਾਮ ਸਦਾ ਜਨ ਸੋਹ ਹੈ। ਵਾਹਿਗੁਰੂ ਦੇ ਆਤਮਿਕ ਜੀਵਨ ਦੇਣ ਵਾਲੇ ਨਾਮ ਦੁਆਰਾ, ਕਿਉਂਕਿ ਨਾਮ ਨਾਲ ਜੁੜੇ ਹੋਏ ਨੇ, ਤੇ ਸਦਾ ਵਾਸਤੇ ਉਹ ਜਨ ਭਗਤ ਸੋਭਾ ਪਾਉਂਦੇ ਹਨ। ਗੁਰਮਤ ਹਰ ਰਸ ਪਾਵਣਿਆ। ਗੁਰੂ ਦੀ ਮਤ ਸਿੱਖਿਆ ਦੁਆਰਾ ਉਹਨਾਂ ਨੇ ਹਰੀ ਪਰਮਾਤਮਾ ਦੀ ਪ੍ਰਾਪਤੀ ਦੇ ਰਸ ਨੂੰ, ਆਨੰਦ ਨੂੰ ਪਾ ਲਿਆ ਹੈ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ। ਇਹ ਜਿਹੜੀ ਸਾਡੀ ਗੁਫਾ ਸਰੀਰ ਹੈ ਨਾ, ਹਰ ਜਿਉ ਗੁਫਾ ਅੰਦਰ ਰੱਖ ਕੇ ਆਵਾਜ਼ਾਂ ਪਾਉਣ ਵਜਾਇਆ। ਵਜਾਇਆ ਆਵਾਜ਼ਾਂ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ ਕਨਾ 10ਮ ਦੁਆਰ ਦਿਖਾਇਆ। ਗੁਰਦੁਆਰਾ ਲਾਏ ਭਾਵਨੀ। ਸੋ ਇਸ ਪ੍ਰਕਾਰ 10ਵਾਂ ਦਰਬਾਰਾ, 9 ਦਰਵਾਜ ਨਵੇਂ ਦਰ ਫੀਕੇ, ਉਹਦੀ ਗੱਲ ਕਰ ਰਹੇ ਨੇ ਹਜ਼ੂਰ। ਪੇ ਇਸ ਗੁਫਾ ਮੈਂ ਇੱਕ ਥਾਨ ਹੈ ਸੁਹਾਇਆ ਸ਼ੋਭਨੀ। 10ਵਾਂ ਸਥਾਨ। ਪੂਰਾ ਗੁਰ ਹਉਮੈ ਭਰਮ ਚੁਕਾਇਆ। ਪੂਰਨ ਗੁਰੂ ਨੇ ਜਿਨ੍ਹਾਂ ਦੀ ਹਉਮੈ ਦੂਰ ਕਰ ਦਿੱਤੀ ਤੇ ਭਰਮ ਦੂਰ ਕਰ ਦਿੱਤਾ। ਭਰਮ ਭ੍ਰਾਂਤੀ, ਭਟਕਣਾ, ਹੋਰ ਦਾ ਹੋਰ ਸਮਝਣਾ, ਇਹਨੂੰ ਕਹਿੰਦੇ ਨੇ ਭਰਮ। ਇਹ ਦੂਰ ਕਰ ਦਿੱਤਾ ਹੈ। ਆਨੰਦਨ ਨਾਮ ਸਲਾਹਨ ਰੰਗ ਰਾਤੇ। ਉਹ ਗੁਰਮੁਖ ਪਿਆਰਿਆਂ ਨੂੰ ਇਸ ਅਵਸਥਾ 'ਚ ਪਹੁੰਚਾਇਆ ਕਿ ਰਾਤ ਦਿਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਵਾਹਿਗੁਰੂ ਦੇ ਨਾਮ ਨੂੰ ਸਲਾਹੁੰਦੇ ਨੇ। ਉਸ 10ਮ ਦੁਆਰ ਦੇ ਰਸਤੇ, ਉਸ 10ਮ ਦੁਆਰ 'ਚ ਬੈਠੇ ਹੋਏ। ਗੁਰ ਕਿਰਪਾ ਤੇ ਪਾਵਣਿਆ। ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ। ਮਨੁੱਖ ਬਾਹਰਲੀਆਂ ਵਿਚਾਰਾਂ ਬੜੀਆਂ ਕਰਦਾ, ਬਾਹਰੋਂ ਬੜਾ ਗਿਆਨ ਇਕੱਠਾ ਕਰਦਾ ਹੈ, ਭੱਜ ਦੌੜ ਬਾਹਰ ਨੂੰ ਹੈ, ਪਰ ਆਪਣੇ ਅੰਦਰ ਨੂੰ ਨਹੀਂ ਖੋਜਦਾ। ਗੁਰੂ ਦੇ ਸ਼ਬਦ ਰਾਹੀਂ ਇਹ ਜਿਹੜੀ ਗੁਫਾ ਕਾਇਆ ਸਰੀਰ ਹੈ, ਇਸ ਨੂੰ ਵਿਚਾਰੇ। ਜਿਹੜਾ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ, ਉਸ ਨੂੰ ਫਿਰ ਪਤਾ ਲੱਗਦਾ ਕਿ ਨਿਰੰਜਨ ਜੋ ਸ਼ੁੱਧ ਸਰੂਪ ਹੈ, ਮਾਇਆ ਦੀ ਕਾਲਖ ਤੋਂ ਬਗੈਰ ਵਾਹਿਗੁਰੂ, ਉਸ ਦਾ ਨਾਮ ਅੰਦਰ ਹੀ ਹੈ। ਅੰਦਰ ਹੀ ਮੁਰਾਰੇ, ਸੰਤਾਪ ਹਰਤਾ ਮੁਰਾਰੀ ਪਰਮੇਸ਼ਰ ਵਸ ਰਿਹਾ, ਉਹਦੀ ਜੋਤ ਵੀ ਅੰਦਰ। ਹਰ ਗੁਣ ਗਾਵੈ ਸ਼ਬਦ ਸੁਹਾਏ। ਗੁਰੂ ਦੇ ਸ਼ਬਦ ਰਾਹੀਂ ਜੋ ਹਰੀ ਦੇ ਗੁਣ ਗਾਉਂਦਾ ਹੈ,
ਉਹ ਸੁਹਾਏ ਸ਼ੋਭਨੀਕ ਬਣ ਜਾਂਦਾ, ਸੋਹਣੇ ਜੀਵਨ ਵਾਲਾ। ਮਿਲ ਪ੍ਰੀਤਮ ਸੁਖ ਪਾਵਣਿਆ, ਵਾਹਿਗੁਰੂ ਜੋ ਪ੍ਰੀਤਮ ਹੈ, ਪਿਆਰਾ ਹੈ, ਉਸ ਨੂੰ ਮਿਲ ਕੇ ਆਤਮਿਕ ਸੁਖ ਪਾਉਣ ਵਾਲਾ ਉਹ ਬਣ ਗਿਆ। ਹੁਣ ਹਜ਼ੂਰ ਕਹਿੰਦੇ ਨੇ, ਜਮ ਜਾਗਾਤੀ ਦੂਜੈ ਭਾਏ ਕਰ ਲਾਏ। ਜਮ ਧਰਮ ਰਾਜਾ, ਧਰਮਰਾਜ ਦੇ ਦੂਤ। ਜਾਗਾਤੀ ਮਹਿਸੂਲੀਆ, ਮਹਿਸੂਲੀਆ ਹੁੰਦਾ ਮਹਿਸੂਲ, ਟੈਕਸ ਲਾਉਣ ਵਾਲਾ, ਜਿਹਨੂੰ ਅੰਗਰੇਜ਼ੀ 'ਚ ਅੱਜ ਕੱਲ੍ਹ ਟੈਕਸ ਸ਼ਬਦ ਹੀ ਮਸ਼ਹੂਰ ਹੋ ਗਿਆ, ਪਰ ਕਰ ਹੁੰਦਾ ਕਰ। ਦੂਜੇ ਭਾਏ ਕਰ ਲਾਏ। ਜਮ ਜਾਗਾਤੀ ਆ ਉਹਨਾਂ ਜੀਆਂ ਨੂੰ ਕਰ ਲਾਉਂਦਾ, ਟੈਕਸ ਲਾਉਂਦਾ ਹੈ। ਕਿਉਂ? ਦੂਜੇ ਭਾਏ, ਜਿਨ੍ਹਾਂ ਦੇ ਅੰਦਰ ਦੂਜਾ ਖੋਟਾ ਪ੍ਰੇਮ ਹੈ, ਸੰਸਾਰ ਦਾ, ਮਾਇਆ ਦਾ ਮੋਹ ਹੈ। ਇਸ ਮਾਇਆ ਦੇ ਮੋਹ ਕਰਕੇ ਜਮ ਜੋ ਜਾਗਾਤੀਆ ਹੈ, ਇਹਨਾਂ ਜੀਆਂ ਨੂੰ ਕਰ ਲਾ ਰਿਹਾ ਹੈ, ਟੈਕਸ ਲਾ ਰਿਹਾ ਹੈ, ਇਹਨਾਂ ਦੇ ਸ਼ੁਭ ਗੁਣ ਲੁੱਟੀ ਜਾ ਰਿਹਾ। ਨਾਵਹੁ ਭੁੱਲੇ ਦੇ ਸਜਾਏ, ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਤੋਂ ਭੁੱਲੇ ਹੋਏ ਨੇ, ਉਹਨਾਂ ਨੂੰ ਫਿਰ ਜਮ ਸਜਾ ਦਿੰਦਾ ਹੈ। ਘੜੀ ਮੋਹਤ ਕਾ ਲੇਖਾ ਲੇਵੈ, ਇੱਕ ਇੱਕ ਘੜੀ ਦਾ, ਇੱਕ ਇੱਕ ਮੋਹਤ, 2 ਘੜੀਆਂ ਦਾ ਸਮਾਂ ਜਿਹਨੂੰ ਮੁਹੂਰਤ ਵੀ ਕਹਿੰਦੇ ਆਪਾਂ, ਇੱਕ ਇੱਕ ਘੜੀ ਦਾ 2 ਘੜੀਆਂ ਦਾ ਲੇਖਾ ਲੈਂਦਾ। ਰੇ ਮਨ ਲੇਖੈ ਚੱਲੈ, ਲੇਖੈ ਬੈਸੈ, ਲੇਖੈ ਲੈਂਦਾ ਸਾਹਾ। ਲੇਖਾ ਬੋਲਣਾ, ਲੇਖਾ ਖਾਣਾ ਖਾਓ, ਜਿਵੇਂ ਬਚਨ ਆਏ ਨੇ, ਸਭ ਕੁਝ ਲੇਖੇ ਵਿੱਚ ਹੈ, ਪ੍ਰਮਾਤਮਾ ਦੇ ਹਿਸਾਬ ਕਿਤਾਬ ਵਿੱਚ ਹੈ। ਰੱਤੀ ਉਹ ਮਾਸਾ ਤੋਲ ਕਢਾਵਣਿਆ, ਉਹ ਪ੍ਰਮਾਤਮਾ ਇੱਕ ਇੱਕ ਰੱਤੀ, ਇੱਕ ਇੱਕ ਮਾਸਾ ਦਾ ਜਿਹੜਾ ਤੋਲ ਹੈ ਉਹ ਕਰਕੇ ਤੇ ਇਹ ਲੇਖਾ ਲੈਂਦਾ ਜੀਆਂ ਦੇ ਕੋਲੋਂ। ਹਰ ਘੜੀ ਦਾ, ਹਰ 2 ਘੜੀਆਂ ਦਾ, ਪਲ ਪਲ ਦਾ, ਇੱਕ ਇੱਕ ਮਾਸੇ ਦਾ, ਇੱਕ ਇੱਕ ਰੱਤੀ ਰੱਤੀ ਦਾ ਉਹ ਤੋਲ ਕਰਕੇ ਇਹਨਾਂ ਤੋਂ ਹਿਸਾਬ ਲੈਂਦਾ ਜੀਆਂ ਦਾ, ਜੀਆਂ ਦੇ ਕਰਮਾਂ ਦਾ। ਤੇਈ ਜਿਹੜਾ ਪਿਰ ਚੇਤੈ ਨਾਹੀਂ। ਹੁਣ ਹਜ਼ੂਰ ਜੀਵ ਰੂਪ ਇਸਤਰੀ ਦੇ ਅਲੰਕਾਰ, ਰੂਪਕ ਅਲੰਕਾਰ ਵਿੱਚ ਦੱਸ ਰਹੇ ਨੇ ਕਿ ਜਿਹੜੀ ਜੀਵ ਰੂਪ ਇਸਤਰੀ ਇੱਥੇ ਮਾਤ ਲੋਕ ਰੂਪੀ ਪੇਕੇ ਘਰ ਵਿੱਚ ਫਿਰ ਪਰਮਾਤਮਾ ਪਤੀ ਨੂੰ ਚੇਤੇ ਹੀ ਨਹੀਂ ਕਰਦੀ ਹੈ। ਦੂਜਾ ਮੁੱਠੀ ਰੋਵੈ ਤਾਹੀ, ਤੇ ਜਿਹੜੀ ਸੰਸਾਰ ਦੇ ਖੋਟੇ ਮੋਹ 'ਚ ਗਰਸੀ ਹੋਈ ਆ, ਉਹ ਮਨ ਨੂੰ ਮੁੱਠੀ ਲੁੱਟੀ ਗਈ, ਉਹਦਾ ਸ਼ੁਭ ਗੁਣਾ ਰੂਪੀ ਧਨ ਲੁੱਟ ਲਿਆ ਸੰਸਾਰ ਦੇ ਮੋਹ ਨੇ। ਤੇ ਅਖੀਰ ਨੂੰ ਫਿਰ ਕੀ ਹੋਇਆ? ਰੋਵੈ ਤਾਹੀ, ਤਾਹਾਂ ਮਾਰ ਮਾਰ ਕੇ ਫਿਰ ਉਹ ਰੋਂਦੀ ਹੈ ਜੀਵ ਰੂਪ ਇਸਤਰੀ। ਖਰੀ ਕੁਆਲਿਓ ਕੁਰੂਪ ਕੁਲੱਖਣੀ, ਸੁਪਨਾ ਪਿਰ ਨਹੀਂ ਪਾਵਣਿਆ। ਖਰੀ ਬਹੁਤੀ ਹੀ, ਕੁਆਲਿਓ ਭੈੜੇ ਘਰ ਵਾਲੀ, ਜਿਹਨੂੰ ਕਹਿੰਦੇ ਨਾ ਫਲਾਣੇ ਦਾ ਖਾਨਦਾਨ ਹੀ ਬੜਾ ਮਾੜਾ। ਸੋ ਇਸ ਪ੍ਰਕਾਰ ਭੈੜੇ ਘਰ ਵਾਲੀ, ਭੈੜੇ ਰੂਪ ਵਾਲੀ, ਭੈੜੇ ਲੱਛਣਾਂ ਵਾਲੀ ਹੈ, ਸੁਪਨਾ ਪਿਰ ਨਹੀਂ ਪਾਵਣਿਆ। ਇਹੋ ਜਿਹੀ ਇਸਤਰੀ ਵਰਗੀ ਆ ਉਹ, ਜਿਹਦਾ ਨਾ ਘਰ ਪਰਿਵਾਰ ਚੰਗਾ ਹੈ, ਨਾ ਰੂਪ ਚੰਗਾ, ਨਾ ਲੱਛਣ ਚੰਗੇ। ਐਸੀ ਜਿਹੜੀ ਵਾਹਿਗੁਰੂ ਤੋਂ ਬੇਮੁਖ ਹੈ ਜੀਵ ਰੂਪ ਇਸਤਰੀ, ਸੁਪਨਾ ਪਿਰ ਨਹੀਂ ਪਾਵਣਿਆ। ਸੁਪਨੇ ਵਿੱਚ ਵੀ ਭਾਵ ਭੋਰਾ ਮਾਤਰ ਵੀ ਉਸ ਨੂੰ ਪਿਰ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਪਈ ਜਿਹੜਾ ਹੈ ਪਿਰ ਮਨ ਵਸਾਇਆ। ਹੁਣ ਗੁਰਮੁਖ ਦਾ ਪੱਖ ਵਿਖਾ ਰਹੇ ਨੇ, ਜਿਵੇਂ ਪਤੀ ਵਰਤਾ ਇਸਤਰੀ, ਪਈ ਜਿਹੜਾ ਹੈ ਪਿਰ ਮਨ ਵਸਾਇਆ, ਜਿਨ੍ਹਾਂ ਨੇ ਪੇਕੇ ਘਰ ਮਾਤ ਲੋਕ ਵਿੱਚ ਪਿਰ ਪਰਮਾਤਮਾ ਅਕਾਲ ਪੁਰਖ ਨੂੰ ਮਨ 'ਚ ਮੰਨਿਆ ਹੋਇਆ, ਮੰਨ ਕੇ ਤੇ ਮਨ 'ਚ ਵਸਾਇਆ ਹੋਇਆ, ਪੂਰਾ ਗੁਰ ਹਦੂਰ ਦਿਖਾਇਆ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਹੈ, ਉਹਨਾਂ ਨੂੰ ਹਦੂਰ ਬਿਲਕੁਲ ਸਾਹਮਣੇ ਵਾਹਿਗੁਰੂ ਵਿਖਾ ਦਿੱਤਾ ਹੈ, ਐਸਾ ਗਿਆਨ ਬਖਸ਼ਿਆ ਹੈ। ਕਾਮਣ ਪਿਰ ਰਾਖਿਆ ਕੰਠ ਲਾਏ, ਜਿਹੜੀ ਕਾਮਣ ਜੀਵ ਰੂਪ ਇਸਤਰੀ ਹੈ, ਉਸਨੇ ਪਿਰ ਪਰਮਾਤਮਾ ਨੂੰ ਆਪਣੇ ਕੰਠ ਗਲੇ ਨਾਲ ਲਾ ਕੇ ਰੱਖਿਆ ਹੋਇਆ। ਭਾਵ ਵਾਹਿਗੁਰੂ ਨਾਲ ਹੀ ਰਲੀਆਂ ਮਾਣਦੀ ਹੈ, ਪਰਮਾਤਮਾ ਦੇ ਨਾਲ ਹੀ ਜੁੜੇ ਰਹਿੰਦੇ ਨੇ। ਜੋ ਭੇਦ ਨਿਸ਼ਚਾ ਰੂਪੀ ਕੰਠ ਗਲੇ ਨਾਲ ਲਾਇਆ ਹੈ। ਸਬਦੇ ਪਿਰ ਰਾਵੈ, ਗੁਰੂ ਦੇ ਸ਼ਬਦ ਰਾਹੀਂ ਉਹ ਜੀਵ ਰੂਪ ਇਸਤਰੀ ਪਿਰ ਪਰਮਾਤਮਾ ਨੂੰ ਰਾਵੈ ਮਾਣਦੀ ਹੈ, ਉਸ ਦੀ ਪ੍ਰਾਪਤੀ ਦੇ ਆਨੰਦ ਨੂੰ ਭੋਗਦੀ ਹੈ। ਸੇਜ ਸੁਹਾਵਣਿਆ, ਉਹਦੀ ਹਿਰਦਾ ਰੂਪੀ ਸੇਜ ਬੜੀ ਸ਼ੋਭਨੀਕ ਬਣ ਜਾਂਦੀ ਹੈ। ਆਪੇ ਦੇਵੈ ਸੱਦ ਬੁਲਾਏ, ਜਿਹਨੇ ਆਪਣੀ ਸੇਜ ਨੂੰ ਸਜਾਇਆ ਹੋਇਆ ਉਡੀਕ ਵਿੱਚ ਹੈ, ਤੇ ਪ੍ਰਮਾਤਮਾ ਫਿਰ ਆਪ ਹੀ ਉਹਨੂੰ ਸੱਦ ਲੈਂਦਾ, ਆਵਾਜ਼ ਮਾਰ ਕੇ ਬੁਲਾ ਕੇ ਫਿਰ ਦਾਤ ਬਖਸ਼ਦਾ ਆਪਣੀ ਅਭੇਦਤਾ ਦੀ। ਆਪਣਾ ਨਾਮ ਮਨ ਵਸਾਏ, ਆਪਣਾ ਨਾਮ ਉਸ ਦੇ ਮਨ ਵਿੱਚ ਵਸਾਉਣ ਵਾਲਾ ਵਾਹਿਗੁਰੂ ਆਪ ਹੈ। ਨਾਨਕ ਨਾਮ ਮਿਲੈ ਵਡਿਆਈ, ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਨਾਮ ਰੂਪੀ ਵਡਿਆਈ ਉਸ ਨੂੰ ਮਿਲਦੀ ਹੈ। ਉਹਨੂੰ ਨਾਮ ਮਿਲ ਜਾਂਦਾ
ਤੇ ਨਾਮ ਦੁਆਰਾ ਹੀ ਦੋਹਾਂ ਜਹਾਨਾਂ ਦੀ ਇੱਜ਼ਤ ਮਿਲਦੀ ਹੈ। ਅਨ ਦਿਨ ਸਦਾ ਗੁਣ ਗਾਵਣਿਆ, ਪਰ ਉਹ ਜਿਹੜੇ ਰਾਤ ਦਿਨ ਸਦਾ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਾਲੇ ਹਨ। ਮਾਝ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਨੇ। ਊਤਮ ਜਨਮ ਸੁਥਾਨ ਹੈ ਵਾਸਾ, ਜਿਨ੍ਹਾਂ ਦਾ ਸ੍ਰੇਸ਼ਟ ਅਸਥਾਨ ਤੇ ਵਾਸਾ ਹੈ, ਭਾਵ ਸਤਸੰਗਤ ਰੂਪੀ ਅਸਥਾਨ ਤੇ ਸ੍ਰੇਸ਼ਟ ਥਾਂ ਤੇ ਜੋ ਵਸਦੇ ਹਨ, ਉਹਨਾਂ ਦਾ ਮਨੁੱਖਾ ਜਨਮ ਉੱਤਮ ਹੋ ਗਿਆ। ਵੇਖੋ ਜੀ, ਮਨੁੱਖਾ ਜਨਮ ਤਾਂ ਸਾਨੂੰ ਸਾਰਿਆਂ ਨੂੰ ਮਿਲਿਆ, ਪਰ ਇਸ ਨੂੰ ਉੱਤਮ ਨਹੀਂ ਕੀਤਾ, ਅਸੀਂ ਸਫਲਾ ਨਹੀਂ ਜਾਣੀ ਕੀਤਾ। ਊਤਮ ਜਨਮ ਸੁਥਾਨ ਹੈ ਵਾਸਾ, ਸ੍ਰੇਸ਼ਟ ਥਾਂ ਤੇ ਉਹਨਾਂ ਦਾ ਵਾਸਾ ਹੈ, ਸਰੂਪ ਰੂਪੀ ਸਥਾਨ ਤੇ ਵਾਸਾ ਹੈ। ਮਨੁੱਖਾ ਜਨਮ ਉੱਤਮ ਹੋ ਗਿਆ। ਇੰਜ ਵੀ ਅਰਥ ਕੀਤਾ ਫਰੀਦਕੋਟ ਵਾਲੇ ਟੀਕੇ 'ਚ, ਭਈ ਮਨੁੱਖਾ ਜਨਮ ਉੱਤਮ ਮਿਲਿਆ, ਮਨੁੱਖਾ ਜਨਮ ਤੇ ਸੁਥਾਨ ਹੈ ਵਾਸਾ, ਭਾਰਤ ਦੇਸ਼ ਰੂਪੀ ਸੋਹਣੇ ਸਥਾਨ ਤੇ ਵਾਸਾ ਮਿਲਿਆ ਹੋਇਆ। ਸਤਿਗੁਰ ਸੇਵਾ ਹੈ ਘਰ ਮਾਹੇ ਉਦਾਸਾ, ਰੱਬ ਨੇ ਤਾਂ ਬਖਸ਼ਿਸ਼ ਬੜੀ ਕੀਤੀ ਹੈ, ਪਰ ਜੇ ਸਤਿਗੁਰੂ ਨੂੰ ਜੋ ਸੇਵਦੇ ਹਨ, ਸਤਿਗੁਰੂ ਦੀ ਟਹਿਲ ਸੇਵਾ ਕਮਾਉਂਦੇ ਨੇ, ਸਤਿਗੁਰੂ 'ਤੇ ਜੋ ਸ਼ਰਧਾ ਰੱਖਦੇ, ਸਤਿਗੁਰੂ ਦੀ ਸ਼ਰਨ ਪੈਂਦੇ ਹਨ, ਘਰ ਮਾਹੇ ਉਦਾਸਾ, ਤਾਂ ਉਹ ਇਸ ਘਰ, ਇਸ ਦੇਸ਼ ਵਿੱਚ, ਘਰ ਹਿਰਦੇ ਅੰਦਰ, ਤੇ ਇਸ ਤਰ੍ਹਾਂ ਪ੍ਰਤੱਖ ਰੂਪ ਵਿੱਚ ਹੀ ਜਿਹੜਾ ਆਪਣਾ ਘਰ ਬਣਾਇਆ ਹੋਇਆ, ਜਿਵੇਂ ਬਚਨ ਕੀਤੇ ਨਾ ਗੁਰੂ ਕਲਗੀਧਰ ਪਾਤਸ਼ਾਹ ਨੇ, ਰੇ ਮਨ ਐਸੋ ਕਰ ਸੰਨਿਆਸਾ, ਐਸਾ ਤਿਆਗ ਕਰ, ਬਨਸੇ ਸਦਨ ਸਭੈ ਕਰ ਸਮਝੋ। ਰਹੋ ਦੁਨੀਆ ਦੇ ਵਿੱਚ, ਪਰ ਸਾਰੇ ਘਰਾਂ ਨੂੰ ਬਣ ਜੰਗਲ ਵਰਗੇ ਸਮਝ। ਘਰ ਹੀ ਮਾਹੇ ਉਦਾਸਾ, ਘਰ ਵਿੱਚ ਰਹਿੰਦਾ ਹੋਇਆ ਇਹ ਸੰਸਾਰ ਤੋਂ ਉਪਰਾਮ ਹੋ ਜਾ। ਇਸ ਪ੍ਰਕਾਰ ਘਰ ਮਾਹੇ ਉਦਾਸਾ, ਘਰਾਂ ਦੇ ਵਿੱਚ ਰਹਿੰਦਾ, ਘਰ 'ਚ ਵਸਦਾ ਇਹ ਗੁਰਮੁਖ ਪਿਆਰਾ ਉਦਾਸ ਹੈ, ਜਿਸ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ, ਸਤਿਗੁਰਾਂ ਦੀ ਸੇਵਾ ਕਰਦਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਹਰ ਰੰਗ ਰਹਿ ਹੈ ਸਦਾ ਰੰਗ ਰਾਤੇ। ਹਰੀ ਪ੍ਰਮਾਤਮਾ ਦਾ ਜੋ ਪ੍ਰੇਮ ਰੰਗ ਹੈ, ਇਸ ਰੰਗ ਵਿੱਚ ਸਦਾ ਹੀ ਰੰਗ ਪ੍ਰੇਮ ਤੇ ਆਨੰਦ ਵਿੱਚ ਰਤੇ ਰਹਿੰਦੇ ਹਨ। ਹਰ ਰਸ ਮਨ ਤ੍ਰਿਵਤਾਵਣਿਆ, ਹਰੀ ਪਰਮੇਸ਼ਰ ਦੇ ਨਾਮ ਰਸ ਦੁਆਰਾ ਆਪਣੇ ਮਨ ਨੂੰ ਤ੍ਰਿਪਤ ਕਰ ਲੈਂਦੇ, ਮਨ ਨੂੰ ਰਜਾ ਲੈਂਦੇ, ਭਾਵ ਤ੍ਰਿਸ਼ਨਾ ਬੁਝਾ ਲੈਂਦੇ ਹਨ। ਹਉ ਵਾਰੀ ਜਿਉ ਵਾਰੀ ਪੜ ਬੁੱਝ ਮਨ ਵਸਾਵਣਿਆ, ਮੈਂ ਵਾਰੀ ਸਦਕੇ ਆਪਣੀ ਜਿੰਦ ਕੁਰਬਾਨ ਕਰਦਿਆਂ ਬਲਿਹਾਰ ਜਾਵਾਂ ਉਹਨਾਂ ਤੋਂ, ਜੋ ਪੜ੍ਹ ਕੇ ਗੁਰੂ ਦੇ ਬਚਨ ਨੂੰ, ਉਪਦੇਸ਼ ਨੂੰ ਫਿਰ ਬੁੱਝ ਕੇ, ਮਨ ਕਰਕੇ ਸਮਝ ਕੇ ਤੇ ਮਨ ਵਿੱਚ ਵਸਾ ਲੈਂਦੇ ਨੇ, ਉਹਦੇ ਅਨੁਸਾਰੀ ਹੋ ਜਾਂਦੇ ਨੇ। ਗੁਰਮੁਖ ਪੜ੍ਹ ਹੈ ਹਰ ਨਾਮ ਸਲਾਹ ਹੈ, ਗੁਰਮੁਖ ਪੜ੍ਹਦੇ ਹਨ ਸਤਿਗੁਰਾਂ ਦੀ ਬਾਣੀ ਨੂੰ, ਸ਼ਬਦ ਨੂੰ, ਤੇ ਗੁਰੂ ਕੀ ਬਾਣੀ ਦੁਆਰਾ ਮਨੋ ਹੋ ਕੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਸਲਾਹੁੰਦੇ ਹਨ। ਦਰ ਸੱਚੈ ਸੋਭਾ ਪਾਵਣਿਆ, ਵਾਹਿਗੁਰੂ ਦੇ ਸੱਚੇ ਦਰ ਦਰਬਾਰ ਅੰਦਰ ਉਹ ਸੋਭਾ ਪਾਉਣ ਵਾਲੇ ਬਣੇ ਹਨ। ਰਹਾਓ। ਅਲਖ ਅਭਿਓ ਹਰ ਰਹਾ ਸਮਾਏ, ਨਾ ਲਖਿਆ ਜਾਣ ਵਾਲਾ ਜੋ ਦ੍ਰਿਸ਼ਟੀ ਵਿੱਚ ਨਾ ਆਏ, ਆਦ੍ਰਿਸ਼ਟ ਅਭਿਓ ਜਿਹਦਾ ਭੇਦ ਨਾ ਪਾਇਆ ਜਾਏ, ਐਸਾ ਜੋ ਹਰੀ ਦੁੱਖਾਂ ਦਾ ਹਾਰ ਕੋ ਸਮਾ ਰਿਹਾ ਹੈ ਸਾਰੀ ਕੁਦਰਤ ਅੰਦਰ। ਉਪਾਏ ਨਾ ਕੀਤੀ ਪਾਇਆ ਜਾਏ, ਕਿਸੇ ਵੀ ਉਪਾਅ ਯਤਨ ਦੇ ਨਾਲ ਜੋ ਪ੍ਰਾਪਤ ਨਹੀਂ ਕੀਤਾ ਜਾਂਦਾ, ਕਿਰਪਾ ਕਰੇ ਤਾਂ ਸਤਿਗੁਰ ਭੇਟੇ। ਜੇ ਉਹੀ ਆਪ ਕਿਰਪਾ ਕਰੇ ਜੀਵ ਦੇ ਅੰਦਰ, ਤਾਂ ਇਹ ਜੀਵ ਪੂਰੇ ਸਤਿਗੁਰੂ ਨਾਲ ਮਿਲਾਪ ਹਾਸਲ ਕਰਦਾ। ਨਦਰੀ ਮੇਲ ਮਿਲਾਵਣਿਆ, ਇੰਜ ਉਹ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਗੁਰੂ ਮਹਾਰਾਜ ਨਾਲ ਮੇਲ ਕੇ ਫਿਰ ਆਪਣੇ ਨਾਲ ਮਿਲਾਉਣ ਵਾਲਾ ਹੈ। ਦੂਜਾ ਭਾਏ ਪੜ੍ਹੈ ਨਹੀਂ ਬੂਝੈ, ਜਿਹਦੇ ਅੰਦਰ ਸੰਸਾਰ ਦਾ ਮੋਹ ਲਵਰੇਜ, ਹਿਰਦਾ ਸੰਸਾਰ ਦੇ ਮੋਹ 'ਚ ਹੀ ਡੁੱਬਾ ਰਹਿੰਦਾ, ਉਹ ਭਾਵੇਂ ਜ਼ਬਾਨੀ ਅੱਖਰ ਪੜ੍ਹਦਾ ਹੈ, ਨਹੀਂ ਬੁੱਝਦਾ, ਉਹ ਸਮਝਦਾ ਨਹੀਂ, ਭਾਵ ਪਕੜ ਨਹੀਂ ਕਰਦਾ ਉਸ ਉਪਦੇਸ਼ ਨੂੰ, ਕਿਉਂਕਿ ਸੰਸਾਰ ਦੇ ਮੋਹ 'ਚ ਗਰਸਿਆ। ਤ੍ਰਿਬਿਧ ਮਾਇਆ ਕਾਰਨ ਲੂਝੈ, ਮਾਇਆ ਦੀਆਂ ਤਿੰਨ ਵਿਧੀਆਂ, ਤਿੰਨਾਂ ਵਿਧਾਂ ਵਾਲੀ ਮਾਇਆ, ਰਜੋ ਤਮੋ ਸਤੋ ਗੁਣ ਦਾ ਜੋ ਸੰਸਾਰ 'ਤੇ ਪ੍ਰਭਾਵ ਹੈ, ਮਾਇਆ ਹੀ ਹੈ। ਮਾਇਆ ਜੋ ਤਿੰਨ ਗੁਣਾਂ ਵਾਲੀ ਹੈ, ਇਸ ਮਾਇਆ ਕਾਰਨ ਇਕੱਲਾ ਪੈਸਾ ਧੇਲਾ ਨਹੀਂ, ਸਾਰੇ ਤਮਾਮ ਪਦਾਰਥ, ਸਰੀਰ, ਇਹ ਸਾਰਾ ਕੁਛ, ਸੂਰਜ ਚੰਦਰਮਾ ਤਾਰੇ, ਸਭ ਮਾਇਆ ਹੀ ਮਾਇਆ। ਇਹ ਤ੍ਰਿਗੁਣੀ ਮਾਇਆ ਦੇ ਕਾਰਨ ਲੂਝਿਆ, ਮਤਲਬ ਝਗੜੇ ਝਾਂਜੇ ਕਰਦਾ।
इस प्रकार इस माया की खातर खिज खिज मरदा। त्रिविध बंधन टूटह नाही, ये तीन तरह के बंधन, हंकार वासना, लोभ वासना, काम वासना। सो इस प्रकार त्रिगुणी माया के बंधन भी तीन तरह के, तिना विधा के बंधन जो पए हुए ने जीव नूं टूटह नाही। त्रिविध बंधन टूटह गुर शब्दी, माफ़ करना, गुरु के शब्द राही ये तिना गुणा वाली माया के बंधन टुटते हैं। जे कोई गुरु के शब्द राही तोड़ना चाहे तो गुरु के उपदेश नाल जुड़िया रहे, गुरु के उपदेश नूं मन्ने भी, विश्वास भी करे, निश्चा करे, फिर बंधन टुटते हैं। गुर शब्दी मुगत करावणिया, सतगुरु जी अपने शब्द द्वारा ही जीआं नूं मुगत करन वाले हन, कराउण वाले हन। जिहड़ा गुर शब्दिया है, गुरु के शब्द नाल जुड़न वाला, आप मुगत हुंदा ते होरनां नूं मुगत कराउण वाला बन जांदा। यह मन चंचल वस ना आवे। हजूर कहते ने ये जो साडा मन है बहुत ही चंचल है। अगर जे इन्हां बचनां दी ही लंबी चौड़ी व्याख्या करनी होवे तो बड़ा समा चाहिदा। इस मन नूं पिपल दी टीसी ते जिहड़े करूंबली उपर बिना हवा तो हिलदी उहदे वर्गा चंचल भी कहा, इनू बांदर वर्गा चंचल भी कहा, इनू बिजली वर्गा चंचल भी कहा है, तबलची दियां तेज तरार उंगलां वर्गा चंचल भी कहा है। ये पारे वर्गा चंचल है, इसकी बहुत ज़्यादा रफ्तार है, कदे टिकदा ही नहीं। यह मन चंचल वस ना आवे, जिहदे बारे वड्डे वड्डे लोग बाहां खड़ियां करके कहंदे भी मन नहीं वस आउंदा। एक रोह रोहेले देश विच ग्रंथां 'च लिखिआ भी शिव जी का अवतार होया जिहदा नाम सी पारसनाथ, ते वो जन्म तो ही बड़ा सुंदर ते जड़ावां समेत सी। बड़ी दुनिया कहते उसदे दर्शन करन आउंदी सी। आखिर जवानी की उम्र विच होया ते उन्हें सारे राजे जित जित के कैद च पा दिते। एक ज्ञान देव नां दा राजा सी, वो कहण लगा बई हे राजन, एक राजा बिल्कुल तुहाडे नज़दीक रहिंदा, वो तुहाथों जित्तिया नहीं गया। कहण लगा है वो कौन, मैं तां कोई भी नहीं छड्डिया, सब जित ले। कहण लगा वो है जरूर तुहाडे नज़दीक पर मैं नहीं दस सकदा। शीर समुंदर दे विच एक मच्छ है अचल होया होया, ते उस मच्छ दे पेट विच मछिंद्रनाथ है। वो बाहर आया तो फिर तुहानूं दसेगा भी वो कौन है जिहड़ा राजा जित्तिया नहीं गया। राजे कहंदे कन्नां दे कच्चे हुंदे ने, उधर नूं तुर पिया, इहने यतन दे नाल उस मच्छ नूं बाहर कढाया, ਉਹਦਾ पेट चीर के मछिंद्रनाथ कढ़िया जिहड़ा गोरखनाथ का गुरु मन्निया गया। उस मछिंद्रनाथ नूं पुछिया सी कौन आ जिहड़ा मैं अजे तक जित नहीं सकिया। उन्हें कहा सी राजा तेरा मन है, कोशिश करके वेख ला जित्तिया जांदा। इन्हें बड़े यत्न किए मन नूं टकाउण दे, जितण दे, पर नहीं जित्तिया गया। तो आखिर ये चिखा बना के सड़न लगा। अग ने ना साड़िया, फिर इन्हें योग अग्नि राही धुनी विचों अग पैदा की ते चिखा सड़ गया। इस तरह योग अग्नि राही अपने शरीर का दाह संस्कार किया ते बाहां खड़ियां करके कह गया भी होर सब कुछ मैं कर लिया पर मेरा मन नहीं जित्तिया गया, ये बहुता ही चंचल है। भरतरी जी ने भी किया विराग शतक के अंदर, मन रिप जीता सब रिप जीते। दोबारा फिर किया मन रिप जीता सब रिप जीते। पहली पंक्ति का अर्थ है मन दुश्मन जिउंदा है तो सारे दुश्मन जिउंदे ने, मन दुश्मन जित्तिया गया तो तेरे सारे दुश्मन जिते गए। सो इस प्रकार हजूर फरमा रहे ने कि इहो मन चंचल वस ना आवे, इहो मन वस ना आवे थके कर्म कमाए। बड़े योगाभ्यास, बड़े तपस्या कर कर हार गए लोग, बड़े दान पुण्य कर कर हार गए, बड़े तीर्थां दे इशनान कर कर हार गए, पर ये मन वस नहीं आउंदा। दुविधा लागै दै दिस धावै, दुकिस्मापण दुचितापण, दो ही पासे ध्यान होना, इनू कहते दुविधा। चित्त दीआं दो विधियां, ये दुविधा विच लगा होया रहिंदा ते इस करके दसां दिशां विच ही धौंदा दौड़दा। उत्तर दक्षिण पूरब पश्चिम चार इन्हां दे कोने, धरती ते आकाश, भाव अनेकां पासियां नूं दौड़दा। बिख का कीड़ा बिख महराता, मानो कि ये मन बिख जहर विकारां रूपी जहर का एक कीड़ा है बन गया ते बिख महराता जहर विच ही रंगिया रहिंदा। नूं जहर ही बड़ी पसंद है। जिवें क्या खिनमै कौड़े होएगे जितड़े माया भोग,
ਮਾਇਆ ਭੋਗ ਮਾਇਕੀ ਭੋਗਾਂ ਨੂੰ ਬੜੇ ਮਿੱਠੇ ਸਮਝਦਾ, ਪਰ ਜਦੋਂ ਅੰਤ ਸਮਾਂ ਆਇਆ ਅੱਖਾਂ ਵਿੱਚ ਹੀ ਕੌੜੇ ਦੁੱਖਦਾ ਹੀ ਬਣ ਗਏ। ਬਿਖ ਹੀ ਮਾਹੇ ਪਚਾਵਣਿਆ, ਇਹ ਵਿਕਾਰਾਂ ਰੂਪੀ ਬਿਖ ਜ਼ਹਿਰ ਦੇ ਵਿੱਚ ਹੀ ਪਚਾਵਣਿਆ ਸੜ ਰਿਹਾ ਹੈ, ਸੜਦਾ ਰਹਿੰਦਾ, ਦੁਖੀ ਹੁੰਦਾ ਰਹਿੰਦਾ। ਹਉ ਹਉ ਕਰੇ ਤਾਂ ਆਪ ਜਣਾਏ, ਮੈਂ ਵੱਡਾ, ਮੈਂ ਵੱਡਾ, ਮੈਂ ਬੜਾ ਭਲਵਾਨ, ਮੈਂ ਬੜਾ ਸੂਰਮਾ। ਹਉ ਪੰਡਤ ਹਉ ਚਤੁਰ ਸਿਆਣਾ, ਕਰਣਾ ਹਾਰ ਨਾ ਬੂਝੈ ਬੇਗਾਨਾ। ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਝੈ ਸਮਾਨੀ। ਇੰਜ ਕਰਦਾ ਤੇ ਆਪਾ ਭਾਵ ਜਣਾਉਂਦਾ। ਹਉ ਹਉ ਕਰੇ ਤੈ ਆਪ ਜਣਾਏ, ਅਤੇ ਆਪਾ ਆਪ ਜਣਾਉਂਦਾ ਹੈ। ਬਹੁ ਕਰਮ ਕਰੈ ਕਿਛ ਥਾਇ ਨਾ ਪਾਏ, ਇਹ ਹੰਗਤਾ 'ਚ ਰਹਿ ਕੇ ਬੜੇ ਕਰਮ ਕਰਦਾ ਹੈ, ਪਰ ਕੁਛ ਵੀ ਇਹਦਾ ਥਾਂ ਨਹੀਂ ਪੈਂਦਾ, ਭਾਵ ਪ੍ਰਵਾਨ ਨਹੀਂ ਚੜ੍ਹਦਾ। ਇਹਦਾ ਕੋਈ ਕੀਤਾ ਕਰਮ ਸਫਲਾ ਨਹੀਂ ਹੁੰਦਾ ਜਦੋਂ ਤੱਕ ਹੰਗਤਾ ਵਿੱਚ ਕਰਦਾ। ਤੁਝ ਤੇ ਬਾਹਰ ਕਿਛੂ ਨਾ ਹੋਵੇ, ਹੇ ਵਾਹਿਗੁਰੂ ਤੇਰੇ ਤੋਂ ਬਾਹਰ ਤੇ ਕੁਛ ਵੀ ਨਹੀਂ ਹੁੰਦਾ ਹੈ। ਬਖਸ਼ੇ ਸ਼ਬਦ ਸੁਹਾਵਣਿਆ, ਜਿਨ੍ਹਾਂ ਦੇ ਉੱਪਰ ਤੂੰ ਬਖਸ਼ਿਸ਼ ਕਰਦਾ ਹੈ ਉਹ ਗੁਰੂ ਕੇ ਸ਼ਬਦ ਰਾਹੀਂ ਸੋਹਣੇ ਜੀਵਨ ਵਾਲੇ ਬਣ ਜਾਂਦੇ, ਉਹਨਾਂ ਦੀ ਹਉਮੈ ਮਰ ਜਾਂਦੀ। ਗੁਰ ਸ਼ਬਦੀ ਹਉਮੈ ਛੁਟੀਆ, ਉਪਜੈ ਪਚੈ ਹਰ ਬੂਝੈ ਨਾਹੀ। ਜੀਵ ਉਪਜਦਾ ਜਨਮ ਲੈਂਦਾ ਹੈ, ਪਚੈ ਖੁਆਰ ਹੁੰਦਾ, ਸੜਦਾ ਵਿਕਾਰਾਂ 'ਚ, ਕਿਉਂਕਿ ਹਰੀ ਪ੍ਰਮਾਤਮਾ ਨੂੰ ਬੁੱਝਦਾ ਨਹੀਂ ਹੈ। ਵਾਹਿਗੁਰੂ ਪ੍ਰਮਾਤਮਾ ਦੀ ਹੋਂਦ ਨੂੰ ਨਿਸ਼ਚੇ ਨਹੀਂ ਕਰਦਾ, ਸਮਝਦਾ ਹੀ ਨਹੀਂ ਹੈ ਗੁਰਾਂ ਦੇ ਉਪਦੇਸ਼ ਰਾਹੀਂ। ਇਸ ਕਰਕੇ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿਨ ਕੀਤਾ ਤਿਸੈ ਨ ਜਾਣੀ ਅੰਧਾ, ਤਾਂ ਦੁੱਖ ਸਹੈ ਪ੍ਰਾਣੀਆਂ। ਇਸ ਕਰਕੇ ਇੰਝ ਹੁੰਦਾ, ਅਨ ਦਿਨ ਦੂਜੈ ਭਾਏ ਫਿਰਾਹੀ। ਰਾਤ ਦਿਨ ਜਿਹੜਾ ਖੋਟਾ ਪ੍ਰੇਮ ਹੈ ਨਾ, ਮੋਹ ਸੰਸਾਰ ਦਾ ਦੂਜਾ ਮੋਹ ਪ੍ਰੇਮ, ਉਹਦੇ ਵਿੱਚ ਹੀ ਫਿਰਦਾ ਰਹਿੰਦਾ। ਮਨਮੁਖ ਜਨਮ ਗਿਆ ਹੈ ਬਿਰਥਾ, ਜੋ ਮਨ ਦੇ ਪਿੱਛੇ ਲੱਗ ਕੇ ਮਨਮੁਖ ਬਣਿਆ ਹੋਇਆ, ਉਹਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ ਹੈ, ਕਿਸੇ ਕੰਮ ਨਹੀਂ ਆਇਆ, ਕੌਡੀਆਂ ਦੇ ਭਾਅ ਚਲਾ ਗਿਆ। ਹੈ ਸੀ ਬੜੀ ਦੁਰਲੱਭ ਵਸਤੂ, ਜਿਵੇਂ ਕੋਈ ਹੀਰਾ ਗਵਾ ਦੇ, ਹੀਰਾ ਸੁੱਟ ਦੇ। ਇਸ ਤਰ੍ਹਾਂ ਜਿਵੇਂ ਕਹਿੰਦੇ ਪ੍ਰਜਾਪਤ ਨੂੰ ਹੀਰਾ ਮਿਲ ਗਿਆ ਤੇ ਉਹਨੇ ਖੋਤੇ ਦੇ ਗਲ ਬੰਨ੍ਹ ਛੱਡਿਆ, ਸੋ ਇਸ ਪ੍ਰਕਾਰ ਇੰਜ ਬਿਰਥਾ ਜਨਮ ਚਲਾ ਗਿਆ, ਹੀਰੇ ਵਰਗਾ ਹੈ। ਅੰਤ ਗਿਆ ਪਛਤਾਵਣਿਆ, ਜਦੋਂ ਅੰਤ ਸਮਾਂ ਆਇਆ ਤੇ ਇਹ ਗਿਆ ਇਸ ਦੁਨੀਆ ਤੋਂ, ਤਾਂ ਪਛਤਾਉਣ ਵਾਲਾ ਬਣਿਆ ਰਿਹਾ, ਪਛਤਾਉਣ ਵਾਲਾ ਬਣ ਗਿਆ, ਭਾਵ ਪਛਤਾਉਂਦਾ ਗਿਆ ਇਸ ਦੁਨੀਆ ਤੋਂ। ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਵੀ ਬਚਨ ਲਿਖਿਆ ਕਿ ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਰੂਹ ਆਤਮਾ ਨੂੰ ਜੋ ਸਭ ਤੋਂ ਪਹਿਲਾ ਤੇ ਵੱਡਾ ਦੁੱਖ ਵਿਆਪਦਾ ਹੈ, ਉਹ ਪਛਤਾਵੇ ਦਾ ਹੀ ਹੈ। ਜਿਨ੍ਹਾਂ ਬੰਦਗੀ ਸਿਮਰਨ ਭਜਨ ਨੇਕੀ ਨਹੀਂ ਕੀਤੀ ਉਹ ਤਾਂ ਪਛਤਾਉਂਦੇ ਹੀ ਨੇ, ਪਰ ਜਿਨ੍ਹਾਂ ਨੇ ਸਿਮਰਨ ਭਜਨ ਨੇਕੀ ਕਰਮ ਕੀਤੇ ਉਹ ਵੀ ਪਛਤਾਉਂਦੇ ਨੇ, ਕਿਉਂਕਿ ਉੱਥੇ ਸਵਾਸਾਂ ਦਾ, ਨੇਕ ਕਰਮਾਂ ਦਾ ਮੁੱਲ ਬੜਾ ਪੈਂਦਾ। ਖਾਸ ਕਰਕੇ ਵਾਹਿਗੁਰੂ ਦੇ ਸਿਮਰਨ ਦਾ ਬਹੁਤ ਮੁੱਲ ਪੈਂਦਾ। ਉਹ ਸਮਝਦੇ ਨੇ ਸਾਨੂੰ ਤਾਂ ਬੇਅੰਤ ਸਵਾਸ ਮਿਲੇ ਸੀ, ਅਸੀਂ ਐਵੇਂ ਸੰਸਾਰ ਦੇ ਵਿੱਚ ਗਲਤਾਨ ਹੋਇਆਂ ਬਤੀਤ ਕਰਕੇ ਗਵਾ ਲਏ, ਕੀ ਖਟਿਆ। ਸੋ ਇਸ ਪ੍ਰਕਾਰ ਪਛਤਾਵਾ ਹੀ ਪੱਲੇ ਫਿਰ ਰਹਿ ਜਾਂਦਾ। ਪਿਰ ਪ੍ਰਦੇਸ ਸ਼ਿੰਗਾਰ ਬਣਾਏ, ਕਿਸੇ ਪਤਨੀ ਦਾ ਪਿਰ ਪਤੀ ਤਾਂ ਗਿਆ ਹੋਇਆ ਹੋਵੇ, ਪ੍ਰਦੇਸ ਉਹ ਘਰ 'ਚ ਹੋਵੇ ਹੀ ਨਾ, ਤੇ ਉਹ ਵੰਨ ਸੁਵੰਨੇ ਸ਼ਿੰਗਾਰ ਲਾਵੇ ਆਪਣੇ ਸਰੀਰ 'ਤੇ, ਸ਼ਿੰਗਾਰ ਬਣਾ ਬਣਾ ਕੇ ਵਿਖਾਏ ਲੋਕਾਂ ਬਗਾਨੇ ਮਰਦਾਂ ਨੂੰ, ਤੇ ਉਹਨੂੰ ਲੋਕ ਇੱਜ਼ਤ ਨਹੀਂ ਦਿੰਦੇ, ਠਿੱਠ ਕਰਦੇ ਨੇ, ਨਿੰਦਾ ਕਰਦੇ ਨੇ ਵੀ ਪਤੀ ਤੇ ਇਹਦਾ ਘਰ ਨਹੀਂ, ਇਹ ਸ਼ਿੰਗਾਰ ਲਾ ਲਾ ਕੇ ਕਿਹਨੂੰ ਵਿਖਾਉਂਦੀ, ਇਹ ਬੜੇ ਵੰਨ ਸੁਵੰਨੇ ਸ਼ਿੰਗਾਰ ਬਣਾਉਂਦੀ। ਮਨਮੁਖ ਅੰਧ ਐਸੇ ਕਰਮ ਕਮਾਏ, ਜੋ ਮਨ ਦੇ ਪਿੱਛੇ ਲੱਗਣ ਵਾਲਾ, ਮਨ ਨੂੰ ਮੁਖੀ ਬਣਾਉਣ ਵਾਲਾ ਅੰਧ ਅਗਿਆਨੀ ਅੰਨਾ ਜੀਵ ਹੈ, ਐਸੇ ਕਰਮ ਕਮਾਏ। ਉਹ ਇਹੋ ਜਿਹੇ ਕਰਮ ਕਮਾਉਂਦਾ, ਛੁੱਟੜ ਇਸਤਰੀ ਵਰਗੇ, ਬਦਕਾਰ ਇਸਤਰੀ ਵਰਗੇ। ਵਾਹਿਗੁਰੂ ਦਾ ਸਿਮਰਨ ਭਜਨ ਤਾਂ ਹੈ ਨਹੀਂ ਜੀਵਨ ਅੰਦਰ, ਪਰ ਅਖਵਾਉਂਦਾ ਸੰਤ ਹੈ, ਅਖਵਾਉਂਦਾ ਸਾਧੂ ਹੈ। ਹਲਤ ਨਾ ਸੋਭਾ ਪਲਤ ਨਾ ਢੋਈ, ਇਹੋ ਜਿਹੇ ਵਿਅਕਤੀ ਨੂੰ ਨਾ ਇਸ ਦੁਨੀਆ 'ਚ ਸੋਭਾ ਮਿਲਦੀ ਹੈ, ਪਲਤ ਪਰਲੋਕ ਵਿੱਚ ਵੀ ਢੋਈ ਇੱਜ਼ਤ ਵਾਲੀ ਥਾਂ। ਭਾਵ ਹੈ ਕਿ ਸਤਿਕਾਰ ਨਹੀਂ ਮਿਲਦਾ। ਬਿਰਥਾ ਜਨਮ ਗਵਾਵਣਿਆ, ਇਹੋ ਜਿਹੇ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਹਰ ਕਾ ਨਾਮ ਕਿਨੈ ਵਿਰਲੇ ਜਾਤਾ, ਪਤਾ ਤਾਂ ਹੈ ਸਾਰਿਆਂ ਨੂੰ ਵਾਹਿਗੁਰੂ ਦੇ ਨਾਮ ਦਾ, ਵੀ ਹੈ ਰੱਬ ਦਾ ਨਾਮ, ਪਰ ਇਸ ਦੀ ਅਹਿਮੀਅਤ ਨੂੰ ਜਾਣਨਾ ਇਹ ਵਿਰਲਿਆਂ ਦੇ ਹਿੱਸੇ ਆਇਆ। ਬੜਾ ਨਾਮ ਸੁਣਨ ਨੂੰ ਮਿਲਦਾ। ਇੱਕ ਭਜਨ ਮੈਨੂੰ ਯਾਦ ਆ ਗਿਆ,
ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਜਨਮ ਨਗਰ ਭੂਰੇ ਕੋਨੇ ਹਰ ਸਾਲ ਜਨਮ ਦਿਨ ਮਨਾਇਆ ਜਾਂਦਾ ਰਿਹਾ ਅਤੇ ਦਾਸ ਬਾਬਾ ਠਾਕੁਰ ਸਿੰਘ ਦੇ ਨਾਲ ਉੱਥੇ ਸੀ। ਅਖੰਡ ਪਾਠ ਸਾਹਿਬ ਆਰੰਭ ਹੋਇਆ ਅਤੇ ਮਹਾਂਪੁਰਸ਼ 3 ਦਿਨ ਉੱਥੇ ਰਹੇ ਸਨ। ਅਖੰਡ ਪਾਠ ਸਾਹਿਬ ਦੀ ਆਰੰਭਤਾ ਤੋਂ ਬਾਅਦ ਉੱਥੇ ਬਾਬਾ ਸੰਤੋਖ ਦਾਸ ਜੀ ਮਾੜੀ ਕੰਬੋਕੀ ਵਾਲੇ ਉਦਾਸੀ ਮਹਾਤਮਾ ਉਹ ਆਏ ਸਨ ਅਤੇ ਉਹ ਦੋਵਾਂ ਮਹਾਂਪੁਰਸ਼ਾਂ ਦੀ ਗੁਫ਼ਤਗੂ ਜਿਹੜੀ ਵਿਚਾਰ ਸੀ ਦਾਸ ਨੇ ਕੋਲ ਖਲੋ ਕੇ ਸੁਣੀ। ਉਹਨਾਂ ਨੇ ਕਿਹਾ ਵੀ ਮਹਾਂਪੁਰਸ਼ੋ, ਕਈ ਲੋਕ ਇਹ ਕਹਿੰਦੇ ਨੇ ਕਿ ਗੁਰਮਤਿ ਗੁਰਸਿੱਖੀ ਗੁਰੂ ਕੀ ਬਾਣੀ ਦਾ ਪ੍ਰਚਾਰ ਨਹੀਂ ਹੋ ਰਿਹਾ, ਪਰ ਪ੍ਰਚਾਰ ਤਾਂ ਬਹੁਤ ਹੋ ਰਿਹਾ। ਪੁਰਾਣੇ ਸਮਿਆਂ 'ਚ ਕਦੇ ਕਦਾਈ ਕਿਤੇ ਕਿਸੇ ਨਗਰ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਸੀ। ਹਰ ਪਿੰਡ ਵਿੱਚ ਗੁਰਦੁਆਰੇ ਸਾਹਿਬਾਨ ਵੀ ਨਹੀਂ ਸਨ ਔਰ ਕਦੇ ਕਦਾਈ ਕਿਤੇ ਕਿਸੇ ਨੂੰ ਕਥਾ ਸੁਣਨ ਨੂੰ ਮਿਲਦੀ ਸੀ, ਕੀਰਤਨ ਸਮਾਗਮ ਕੋਈ ਹੁੰਦਾ ਸੀ। ਅਤੇ ਅੱਜ ਕੱਲ੍ਹ ਤਾਂ ਇੱਕ ਪਿੰਡ ਵਿੱਚ 5 ਗੁਰਦੁਆਰਾ ਸਾਹਿਬ ਨੇ ਜਾਂ ਹਰ ਪਿੰਡ 'ਚ 2 3 4 ਅਖੰਡ ਪਾਠ ਸਾਹਿਬ ਆਰੰਭ ਹੋਏ ਹੁੰਦੇ ਨੇ, ਕੀਰਤਨ ਦਰਬਾਰ ਬੜੇ ਹੁੰਦੇ ਨੇ, ਕਥਾ ਬੜੀ ਹੁੰਦੀ ਹੈ, ਪ੍ਰਚਾਰ ਬੜਾ ਹੋ ਰਿਹਾ। ਪਰ ਪੁਰਾਣੇ ਸਮਿਆਂ ਨਾਲੋਂ ਅੱਜ ਕੱਲ੍ਹ ਇਹ ਫਰਕ ਹੈ ਕਿ ਪੁਰਾਣੇ ਸਮੇਂ ਵਿੱਚ ਲੋਕ ਕਮਾਉਣ ਵਾਲੇ ਜ਼ਿਆਦਾ ਸਨ, ਸੁਣਦੇ ਭਾਵੇਂ ਘੱਟ ਸੀ, ਕਮਾਉਂਦੇ ਜ਼ਿਆਦਾ ਸਨ। ਅੱਜ ਕੀ ਗੱਲ ਭਈ ਗੁਰਬਾਣੀ ਸਪੀਕਰਾਂ ਰਾਹੀਂ ਦੂਰ ਤੱਕ ਸੁਣਾਈ ਦਿੰਦੀ ਹੈ ਅਤੇ ਧਰਤੀ ਵਿਚਲਾ ਕਲਰ ਮਰ ਗਿਆ, ਪਰ ਲੋਕਾਂ ਦੇ ਹਿਰਦਿਆਂ 'ਚੋਂ ਕਲਰ ਨਹੀਂ ਮਰ ਰਿਹਾ। ਇਹਦਾ ਕੀ ਕਾਰਨ? ਅਤੇ ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ, ਹਾਂ ਮਹਾਂਪੁਰਸ਼ੋ, ਇਹ ਸੱਤ ਹੈ। ਕਾਰਨ ਇਹ, ਉਹਨਾਂ ਨੇ ਆਪਣੀ ਗਰਦਨ ਲਾਗੇ ਹੱਥ ਲਾ ਕੇ ਕਿਹਾ ਵੀ ਗੁਰਬਾਣੀ ਇਹਦੋਂ ਥੱਲੇ ਨਹੀਂ ਜਾਣ ਦਿੱਤੀ। ਗੁਰੂ ਕੀ ਬਾਣੀ ਨੂੰ ਕੋਈ ਇੱਥੋਂ ਗਲੇ ਤੋਂ ਥੱਲੇ ਨਹੀਂ ਜਾਣ ਦਿੰਦਾ, ਧੁਰ ਹਿਰਦੇ ਤੱਕ। ਹਿਰਦੇ ਤਲ 'ਤੇ ਗੁਰੂ ਕਾ ਸ਼ਬਦ ਪਹੁੰਚੇ ਅਤੇ ਫਿਰ ਹੀ ਗੱਲ ਬਣੇਗੀ ਨਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਹਰ ਕਾ ਨਾਮ ਕਿਨੈ ਵਿਰਲੇ ਜਾਤਾ। ਹਰੀ ਪਰਮਾਤਮਾ ਦਾ ਨਾਮ ਕਿਸੇ ਵਿਰਲੇ ਨੇ ਜਾਤਾ ਜਾਣਿਆ ਹੈ। ਭਾਵ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ, ਵਡਿਆਈ ਨੂੰ, ਮਹਾਨਤਾ ਨੂੰ ਕਿਸੇ ਵਿਰਲੇ ਨੇ ਜਾਤਾ ਜਾਣਿਆ। ਪੂਰੇ ਗੁਰ ਕੈ ਸ਼ਬਦ ਪਛਾਤਾ। ਜੋ ਪੂਰਨ ਸਤਿਗੁਰੂ ਮਹਾਰਾਜ ਹਨ, ਉਹਨਾਂ ਦੇ ਸ਼ਬਦ ਉਪਦੇਸ਼ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਪਛਾਤਾ ਹੈ ਕਿ ਕਿੱਡਾ ਕੁ ਮਹਾਨ ਹੈ ਵਾਹਿਗੁਰੂ ਦਾ ਨਾਮ। ਆਨ ਦਿਨ ਭਗਤ ਕਰੇ ਦਿਨ ਰਾਤੀ। ਜਿਹੜਾ ਪਛਾਣ ਲੈਂਦਾ ਹੈ ਉਹ ਫਿਰ ਰਾਤ ਦਿਨ, ਆਨ ਦਿਨ ਇੱਕ ਰਸ ਲਗਾਤਾਰ ਦਿਨ ਰਾਤ ਵਾਹਿਗੁਰੂ ਦੀ ਭਗਤੀ 'ਚ ਜੁਟ ਜਾਂਦਾ। ਸਹਿਜੇ ਹੀ ਸੁਖ ਪਾਵਣਿਆ, ਸਹਿਜੇ ਹੀ ਭਾਵ ਸੁਤੇ ਸਿੱਧ ਹੀ, ਸ਼ਾਂਤੀ ਵਾਲੀ ਅਵਸਥਾ ਵਿੱਚ ਹੀ ਉਹ ਆਤਮਿਕ ਸੁਖ ਪਾਉਣ ਵਾਲਾ ਬਣ ਜਾਂਦਾ ਹੈ। ਜਿਹਨੇ ਭਗਤੀ ਕਰਨੀ ਹੈ ਉਸੇ ਨੇ ਸੁਖ ਪਾਉਣਾ। ਜਿਵੇਂ ਕਬੀਰ ਫਰੀਦ ਜੀ ਨੇ ਬਚਨ ਕੀਤੇ ਹਨ ਪਏ ਅਸੀਂ ਬੜੇ ਕਸ਼ਟ ਝੱਲੇ ਨੇ, ਪਰ ਆਤਮ ਆਨੰਦ ਵੀ ਉਹਨਾਂ ਹੀ ਪ੍ਰਾਪਤ ਕੀਤਾ। ਕਬੀਰ ਜੀ ਕਹਿੰਦੇ, ਕਾਗ ਉਡਾਵਤ ਭੁਜਾ ਪਿਰਾਨੀ। ਬਨੇਰੇ 'ਤੇ ਬੈਠੇ ਕਾਂ ਉਡਾਉਂਦਿਆਂ ਸਾਡੀ ਬਾਂਹ ਦੁਖਣੇ ਆਈ ਹੈ। ਹਿਰਦਾ ਸਾਡਾ ਬਨੇਰਾ ਹੈ। ਕਾਮ ਕ੍ਰੋਧ ਮੋਹ ਲੋਭ ਹੰਕਾਰ ਰੂਪੀ ਕਾਂ ਬੈਠੇ ਨੇ, ਇਹਨਾਂ ਨੂੰ ਉਡਾਉਂਦਿਆਂ ਸਾਡੀ ਬਿਰਤੀ ਰੂਪੀ ਬਾਂਹ ਦੁਖਣੇ ਆ ਗਈ ਹੈ। ਪਰ ਕਹੋ ਕਬੀਰ ਇਹ ਕਥਾ ਸਿਰਾਨੀ। ਕਬੀਰ ਜੀ ਕਹਿੰਦੇ ਉਹ ਜਿਹੜੀ ਕਥਾ ਪਹਿਲਾਂ ਵਾਲੀ ਸੀ ਨਾ, ਕਾਂ ਉਡਾਉਣ ਵਾਲੀ, ਹੁਣ ਸਿਰਾਨੀ ਗੁਜ਼ਰ ਗਈ, ਕਾਂ ਉੱਡ ਗਏ ਨਾ। ਯਤਨ ਕੀਤਾ, ਭਗਤੀ ਕੀਤੀ ਅਤੇ ਕਾਂ ਉੱਡੇ ਹਨ। ਸ਼ਰਨ ਪਏ ਵਾਹਿਗੁਰੂ ਦੀ, ਬੇਨਤੀਆਂ ਕੀਤੀਆਂ। ਫਰੀਦ ਨੇ ਕਿਹਾ ਹੈ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਸੋ ਇਸ ਪ੍ਰਕਾਰ ਆਸ ਲਾ ਕੇ ਅਤੇ ਵਿਰਾਗ ਅਤੇ ਵਿਵੇਕ ਨੂੰ ਸਾਂਭ ਕੇ ਰੱਖਿਆ ਅਤੇ ਇੰਝ ਉਹਨਾਂ ਦੇ ਕਾਂ ਉੱਡ ਗਏ, ਵਾਹਿਗੁਰੂ ਦੀ ਪ੍ਰਾਪਤੀ ਕੀਤੀ। ਕਿਉਂਕਿ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਹਰੀ ਦੀ ਭਗਤੀ ਤੋਂ ਬਗੈਰ ਆਤਮਿਕ ਸੁੱਖ ਨਹੀਂ ਹੈ। ਜਿਹੜਾ ਸੁੱਖ ਬਾਹਰੀ ਲੋਕੀ ਲਈ ਫਿਰਦੇ ਨੇ, ਇਹਨਾਂ ਸੁੱਖਾਂ ਪਿੱਛੇ ਦੁੱਖ ਛੁਪੇ ਹੋਏ ਨੇ, ਵੱਡੇ ਵੱਡੇ ਦੁੱਖ। ਇਹਨਾਂ ਸੁੱਖਾਂ ਦੇ ਖਤਮ ਹੋ ਕੇ ਦੁੱਖ ਆਉਣ ਦਾ ਡਰ ਬਣਿਆ ਹੀ ਰਹਿੰਦਾ। ਸਭ ਮਹਿ ਵਰਤੈ ਇੱਕੋ ਸੋਈ। ਹਜ਼ੂਰ ਸਤਿਗੁਰੂ ਕਹਿੰਦੇ ਨੇ, ਸਭਨਾ ਜੀਆਂ ਦੇ ਅੰਦਰ ਵਰਤ ਰਿਹਾ ਹੈ ਇੱਕ ਹੀ ਉਹ ਪਰਮਾਤਮਾ ਜਿਸ ਨੇ ਸ੍ਰਿਸ਼ਟੀ ਸਾਜੀ, ਉਸੇ ਦੀ ਜੋਤ ਵਰਤ ਰਹੀ ਹੈ। ਸਭ ਇੱਕਾ ਜੋਤ ਵਰਤੈ ਭਿੰਨ ਭਿੰਨ, ਨਾ ਰਲੇ ਕਿਸੇ ਦੀ ਰਲਾਈ ਆ। ਗੁਰਮੁਖ ਵਿਰਲਾ ਬੂਝੈ ਕੋਈ। ਸਭਨਾ ਵਿੱਚ ਇੱਕ ਪਰਮਾਤਮਾ ਉਹੀ ਵਰਤ ਰਿਹਾ। ਪਰ ਜੋ ਗੁਰਾਂ ਦੇ ਸਨਮੁਖ ਹੋ ਗਿਆ, ਗੁਰੂ ਮੁਖ ਦੁਆਰਾ ਜਿਹਨੇ ਉਪਦੇਸ਼ ਸੁਣ ਕੇ ਮੰਨ ਲਿਆ, ਉਹ ਵਿਰਲਾ ਕੋਈ ਗੁਰਮੁਖ ਬੁੱਝਦਾ ਹੈ। ਨਾਨਕ ਨਾਮ ਰਤੇ ਜਨ ਸੋਹ ਹੈ।
ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਦੁਆਰਾ ਜੋ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੱਤੇ ਗਏ ਜਿਹੜੇ ਜਨ ਹਨ, ਉਹ ਹੀ ਸੋਭਾ ਪਾਉਂਦੇ ਨੇ ਦੋਵਾਂ ਜਹਾਨਾਂ ਵਿੱਚ। ਕਰ ਕਿਰਪਾ ਆਪ ਮਿਲਾਵਣਿਆ। ਪਰ ਜਿਨ੍ਹਾਂ ਤੇ ਕਿਰਪਾ ਕਰਕੇ ਵਾਹਿਗੁਰੂ ਆਪ ਮਿਲਾ ਲੈਂਦਾ ਹੈ, ਆਪ ਮਿਲਾਉਣ ਵਾਲਾ ਬਣਿਆ ਨਾ ਕਿਰਪਾ ਕਰਕੇ ਗੁਰੂ ਮਹਾਰਾਜ ਨਾਲ, ਗੁਰੂ ਦੇ ਸ਼ਬਦ ਨਾਲ। ਸੋ ਇਸ ਪ੍ਰਕਾਰ ਉਹਨਾਂ ਨੂੰ ਨਾਮ ਗੁਰੂ ਪਾਸੋਂ ਮਿਲਿਆ, ਉਹ ਨਾਮ ਵਿੱਚ ਰੰਗੇ ਗਏ, ਫਿਰ ਹੀ ਉਹਨਾਂ ਸੋਭਾ ਪਾਈ। ਵਾਹਿਗੁਰੂ ਦੀ ਕਿਰਪਾ ਹੋਈ, ਕਿਰਪਾ ਕਰਕੇ ਆਪ ਮਿਲਾਉਣ ਵਾਲਾ ਹੈ ਵਾਹਿਗੁਰੂ। ਇਉਂ ਗੁਰੂ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਆਪਣੇ ਨਾਮ ਨਾਲ ਜੋੜ ਕੇ ਮਿਲਾਉਣ ਵਾਲਾ ਵਾਹਿਗੁਰੂ ਆਪ ਹੀ ਹੈ। ਇੱਥੋਂ ਤੱਕ ਵਿਚਾਰ ਆਪ ਜੀ ਨੇ ਸਰਵਣ ਕੀਤੀ ਆ। ਦਾਸ ਪਾਸੋਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।